ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ। ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਜਵਾਬ ਦੀ। ਸਵਾਲ ਹੁੰਦਾ ਤਾਂ ਸਵਾਲ ਦਾ ਜਵਾਬ ਦਿੱਤਾ ਜਾਂਦਾ ਹੈ, ਪਰ ਸਵਾਲ ਤੇ ਸਵਾਲ ਹੋ ਰਹੇ ਨੇ ਔਰ ਚਿੱਠੀਆਂ ਤੇ ਚਿੱਠੀਆਂ ਭੇਜੀਆਂ ਜਾ ਰਹੀਆਂ ਨੇ। ਕਦੇ ਟਵੀਟ ਦੇ ਜ਼ਰੀਏ, ਚਿੱਠੀਆਂ ਦੇ ਜ਼ਰੀਏ, ਬਿਆਨ ਦੇ ਜ਼ਰੀਏ ਆਮੋ ਸਾਹਮਣੇ ਨੇ। ਇੱਕ ਪਾਸੇ ਹੈ ਗਵਰਨਰ ਤੇ ਦੂਜੇ ਪਾਸੇ ਹੈ ਸਰਕਾਰ। ਇਸ ਮੁੱਦੇ ਦੇ ਉੱਤੇ ਚਰਚਾ ਇਸ ਕਰਕੇ ਵੀ ਹੋਣੀ ਜ਼ਰੂਰੀ ਹੈ ਕਿਉਂਕਿ ਜੋ ਖੜਕੀ ਹੋਈ ਨਜ਼ਰ ਆ ਰਹੀ ਹੈ ਸਰਕਾਰ ਔਰ ਗਵਰਨਰ ਦੇ ਵਿਚਾਲੇ, ਉਹ ਖਤਮ ਜਾਂ ਰੁਕਣ ਦਾ ਨਾਮ ਨਹੀਂ ਲੈ ਰਹੇ। ਇਸ ਕਰਕੇ ਚਰਚਾ ਇਸ ਦੇ ਉੱਤੇ ਜ਼ਰੂਰੀ ਹੈ ਕਿ ਵਾਕਈ ਪੰਜਾਬ ਦੇ ਵਿੱਚ ਸੰਵਿਧਾਨਿਕ ਸੰਕਟ ਵਰਗੀ ਸਥਿਤੀ ਤਾਂ ਖੜੀ ਨਹੀਂ ਹੋ ਰਹੀ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਜਾਣਕਾਰੀ ਜੋ ਦਿੱਤੀ ਲੋਕਾਂ ਨੂੰ ਜਵਾਬਦੇਹ ਹੈ, ਦੂਜੇ ਪਾਸੇ ਗਵਰਨਰ ਕਹਿੰਦੇ ਨੇ ਕਿ ਮੈਨੂੰ ਤਾਂ ਜਾਣਕਾਰੀ ਦਿੱਤੀ ਨਹੀਂ। ਖੈਰ, ਇਹ ਪੂਰਾ ਸਿਲਸਿਲਾ ਪ੍ਰਿੰਸੀਪਲਾਂ ਨੂੰ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਸ਼ੁਰੂ ਹੋਇਆ ਜਦੋਂ ਰਾਜਪਾਲ ਨੇ ਕਿਹਾ ਕਿ ਜਿਹੜੇ ਤੁਸੀਂ ਪ੍ਰਿੰਸੀਪਲ ਭੇਜੇ ਨੇ ਵਿਦੇਸ਼, ਸਿੰਗਾਪੁਰ ਟ੍ਰੇਨਿੰਗ ਦੇ ਲਈ 36 ਪ੍ਰਿੰਸੀਪਲ ਭੇਜੇ ਸੀ, ਉਹਨਾਂ ਬਾਰੇ ਦੱਸੋ, ਉਹਨਾਂ ਦੀ ਚੋਣ ਕਿਵੇਂ ਹੋਈ, ਕਿਵੇਂ ਸਿਲੈਕਟ ਕੀਤੇ ਕਿ ਇਹੀ 36 ਲੋਕ ਨੇ ਜਿਹੜੇ ਜਾਣਗੇ। ਤਾਂ ਸਰਕਾਰ ਨੇ ਕਿਹਾ ਕਿ ਚੋਣ ਕੀਤੀ ਹੈ। ਜਵਾਬ ਮੰਗਿਆ ਗਿਆ ਸੀ ਕਿ ਕਿਵੇਂ ਚੋਣ ਹੋਈ ਹੈ ਤੇ ਕਿਵੇਂ ਤੁਸੀਂ ਬਾਹਰ ਭੇਜੇ, ਉੱਥੇ ਕਿੰਨਾ ਖਰਚਾ ਹੋਇਆ, ਟ੍ਰੇਨਿੰਗ ਤੇ ਕਿੰਨਾ ਖਰਚਾ ਹੋਇਆ, ਸਾਰੀਆਂ ਗੱਲਾਂ ਬਾਰੇ ਪੁੱਛਿਆ ਗਿਆ। ਜਵਾਬ ਸੀਐਮ ਨੇ ਪਹਿਲਾਂ ਟਵੀਟ ਦੇ ਜ਼ਰੀਏ ਦਿੱਤਾ ਤੇ ਕਿਹਾ ਕਿ ਸਾਡਾ ਇਹੀ ਜਵਾਬ ਹੈ, ਤੇ ਜਦੋਂ ਚਿੱਠੀ ਦੇ ਜ਼ਰੀਏ ਵੀ ਸੀਐਮ ਨੇ ਜਵਾਬ ਦਿੱਤਾ ਤਾਂ ਸਿੱਧਾ ਗਵਰਨਰ ਦੀ ਨਿਯੁਕਤੀ ਦੇ ਉੱਤੇ ਹੀ ਸਵਾਲ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਪ੍ਰਿੰਸੀਪਲਾਂ ਦੀ ਚੋਣ ਬਾਰੇ ਪੁੱਛ ਰਹੇ ਹੋ, ਤੁਸੀਂ ਦੱਸੋ ਕਿ ਗਵਰਨਰ ਦੀ ਚੋਣ ਕਿਸ ਆਧਾਰ ਦੇ ਉੱਤੇ ਕੀਤੀ ਜਾਂਦੀ ਹੈ। ਖੈਰ, ਅੱਜ ਸਵਾਲ ਇਸ ਦੇ ਉੱਤੇ ਹੀ ਕਿ ਇਸ ਦਾ ਮਤਲਬ ਕੀ ਕੱਢਿਆ ਜਾਵੇ ਜੋ ਮੌਜੂਦਾ ਸਮੇਂ ਦੇ ਵਿੱਚ ਇਸ ਸੰਕਟ ਇੱਕ ਤਰੀਕੇ ਦੇ ਨਾਲ ਖੜਾ ਨਜ਼ਰ ਆਉਂਦਾ ਹੈ। ਦੋਵੇਂ ਧਿਰਾਂ ਆਮੋ ਸਾਹਮਣੇ ਨੇ ਔਰ ਜਵਾਬ ਦਾ ਮੈਂ ਸ਼ੁਰੂਆਤ 'ਚ ਜ਼ਿਕਰ ਕੀਤਾ, ਜਵਾਬ ਦਵੇਗਾ ਕੌਣ? ਇਹ ਵੀ ਵੱਡਾ ਸਵਾਲ ਹੈ ਕਿਉਂਕਿ ਹਰ ਕੋਈ ਕਹਿ ਰਿਹਾ ਦਿਓ ਜਵਾਬ। ਸਵਾਲ ਪੁੱਛਦੇ ਨੇ ਦਿਓ ਜਵਾਬ, ਉਸ ਦੇ ਉੱਪਰ ਇੱਕ ਨਵਾਂ ਸਵਾਲ ਜਨਤਾ ਪੁੱਛ ਰਹੀ ਹੈ ਕਿ ਦਿਓ ਜਵਾਬ, ਕਿ ਆਖਿਰ ਕਿਸ ਦੇ ਕੋਲੋਂ ਲੋਕ ਜਵਾਬ ਲੈਣ। ਸੀਐਮ ਕਹਿ ਰਹੇ ਨੇ ਜਵਾਬ ਦਿਓ ਰਾਜਪਾਲ ਨੂੰ, ਰਾਜਪਾਲ ਸੀਐਮ ਨੂੰ ਕਹਿ ਰਹੇ ਨੇ ਜਵਾਬ ਦਿਓ। ਹੁਣ ਸਵਾਲ ਇਹ ਹੈ ਕਿ ਜਵਾਬ ਦੇਗਾ ਕੌਣ? ਅੱਜ ਚਰਚਾ ਇਸ ਦੇ ਉੱਤੇ ਹੀ ਹੋਏਗੀ। ਪੈਨਲਿਸਟ ਸਾਡੇ ਨਾਲ ਜੁੜਨਗੇ ਵੱਖ-ਵੱਖ ਪਾਰਟੀਆਂ ਦੇ। ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਤੋਂ ਜਵਾਬ ਲੈ ਸਕੀਏ, ਪੰਜਾਬ ਦੇ ਲੋਕਾਂ ਤੱਕ ਗੱਲ ਪਹੁੰਚਾ ਸਕੀਏ। ਇੱਕ ਛੋਟੀ ਜਿਹੀ ਰਿਪੋਰਟ ਤੋਂ ਬਾਅਦ ਚਰਚਾ। चिट्ठी आई है, सोमवार ਨੂੰ ਗਵਰਨਰ ਦੀ ਆਈ ਸੀ ਤੇ ਮੰਗਲਵਾਰ ਨੂੰ ਸੀਐਮ ਦੀ ਆਈ ਹੈ। ਸੋਮਵਾਰ ਵਾਲੀ ਚਿੱਠੀ 2 ਪੇਜਾਂ ਦੀ ਸੀ। 8 ਵੱਖ-ਵੱਖ ਮੁੱਦਿਆਂ ਤੇ ਗਵਰਨਰ ਨੇ ਸਵਾਲ ਖੜੇ ਕੀਤੇ ਸਨ। ਗਵਰਨਰ ਦੀ ਚਿੱਠੀ ਵਿੱਚ ਸਵਾਲ ਨੰਬਰ 1 ਸੀ ਅਧਿਆਪਕਾਂ ਦੀ ਟ੍ਰੇਨਿੰਗ ਨੂੰ ਲੈ ਕੇ, ਜਿਸ ਦੇ ਵਿੱਚ ਅਧਿਆਪਕਾਂ ਨੂੰ ਭੇਜਣ ਦਾ ਕ੍ਰਾਈਟੇਰੀਆ ਅਤੇ ਕੁੱਲ ਖਰਚੇ ਬਾਰੇ ਜਾਣਕਾਰੀ ਮੰਗੀ ਗਈ ਸੀ। ਸਵਾਲ ਨੰਬਰ 2 ਸੀ ਜਵੰਦਾ ਦੀ ਚੇਅਰਮੈਨੀ ਬਾਰੇ, ਜਿਸ ਦੇ ਵਿੱਚ ਪੰਜਾਬ ਦੀ ਇੱਕ ਕਾਰਪੋਰੇਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਤੇ ਸਵਾਲ ਖੜੇ ਕੀਤੇ ਗਏ ਸਨ। ਤੀਜਾ ਸਵਾਲ ਸਰਕਾਰ ਦੇ ਨਾਲ ਤਾਲਮੇਲ ਦੇ ਬਾਰੇ ਸੀ, ਜਿਸ ਦੇ ਵਿੱਚ ਸਰਕਾਰ ਤੋਂ ਇਸ ਗੱਲ ਤੇ ਰੋਸ ਜ਼ਾਹਿਰ ਕੀਤਾ ਗਿਆ ਸੀ ਕਿ ਉਹ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤੇ ਚਿੱਠੀਆਂ ਦਾ ਜਵਾਬ ਵੀ ਨਹੀਂ ਦਿੰਦੇ। ਚੌਥਾ ਸਵਾਲ ਐਸਸੀ ਸਕਾਲਰਸ਼ਿਪ ਨੂੰ ਲੈ ਕੇ ਸੀ, ਜਦਕਿ ਪੰਜਵਾਂ ਸੀ ਪੀਏਯੂ ਦੇ ਵੀਸ ਨੂੰ ਹਟਾਉਣ ਦੇ ਬਾਰੇ। ਛੇਵੇਂ ਸਵਾਲ ਦੇ ਵਿੱਚ ਗਵਰਨਰ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਕੁਲਦੀਪ ਚਾਹਲ ਨੂੰ ਜਲੰਧਰ ਦਾ ਕਮਿਸ਼ਨਰ ਲਾਏ ਜਾਣ ਦੇ ਬਾਰੇ। ਸੱਤਵਾਂ ਸਵਾਲ ਸਰਕਾਰੀ ਮੀਟਿੰਗਾਂ ਦੇ ਵਿੱਚ ਦਿੱਲੀ ਤੋਂ ਆਏ ਨਵਲ ਅਗਰਵਾਲ ਦੀ ਮੌਜੂਦਗੀ ਨੂੰ ਲੈ ਕੇ ਸੀ। ਤਾਂ 8ਵੇਂ ਸਵਾਲ ਦੇ ਵਿੱਚ ਸਰਕਾਰੀ ਇਸ਼ਤਿਹਾਰਾਂ ਬਾਰੇ ਸਵਾਲ ਪੁੱਛਿਆ ਗਿਆ ਸੀ ਅਤੇ ਇਹਨਾਂ ਦੇ ਬਾਰੇ ਵਿਸਥਾਰ ਦੀ ਜਾਣਕਾਰੀ ਮੰਗੀ ਗਈ ਸੀ। ਇਹਨਾਂ ਸਵਾਲਾਂ ਦਾ ਜਵਾਬ ਦੇਣ ਦੇ ਲਈ ਗਵਰਨਰ ਨੇ ਡੈਡਲਾਈਨ ਵੀ ਤੈਅ ਕੀਤੀ ਸੀ। ਗਵਰਨਰ ਦੀ ਚਿੱਠੀ ਦੇ ਵਿੱਚ ਕਿਹਾ ਗਿਆ ਸੀ ਕਿ 15 ਦਿਨਾਂ ਦੇ ਵਿੱਚ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਜਾਵੇ। ਜੇਕਰ ਜਵਾਬ ਨਹੀਂ ਦਿੱਤਾ ਤਾਂ ਫਿਰ ਉਹ ਕਾਨੂੰਨੀ ਸਲਾਹ ਲੈਣਗੇ। 15 ਦਿਨ ਤਾਂ ਦੂਰ ਦੀ ਗੱਲ ਸੀ, ਪੰਜਾਬ ਦੇ ਮੁੱਖ ਮੰਤਰੀ ਨੇ ਮੰਗਲਵਾਰ ਨੂੰ ਹੀ 2 ਪੰਨਿਆਂ ਵਾਲੀ ਚਿੱਠੀ ਦਾ ਜਵਾਬ ਇੱਕੋ ਪੰਨੇ ਵਿੱਚ ਮੁਕੰਮਲ ਕਰ ਦਿੱਤਾ। ਚਿੱਠੀ ਦੀ ਸ਼ੁਰੂਆਤ ਵਿੱਚ ਹੀ ਲਿਖ ਦਿੱਤਾ ਕਿ ਤੁਹਾਡੀ ਚਿੱਠੀ ਮਿਲੀ, ਪਰ ਭਾਰਤੀ ਸੰਵਿਧਾਨ ਦੇ ਮੁਤਾਬਿਕ ਮੈਂ ਅਤੇ ਮੇਰੀ ਸਰਕਾਰ ਪੰਜਾਬ ਦੇ ਲੋਕਾਂ ਲਈ ਜਵਾਬਦੇਹ ਹਾਂ। ਚਿੱਠੀ ਦਾ ਅਗਲਾ ਪੈਰਾ ਹੋਰ ਤਿੱਖਾ ਹੈ। ਗਵਰਨਰ ਨੇ ਸਿੰਗਾਪੁਰ ਭੇਜੇ ਅਧਿਆਪਕਾਂ ਦੀ ਚੋਣ ਦਾ ਆਧਾਰ ਪੁੱਛਿਆ ਸੀ, ਪਰ ਮੁੱਖ ਮੰਤਰੀ ਨੇ ਪਲਟਵਾਰ ਕੀਤਾ ਤਾਂ ਸੰਵਿਧਾਨ ਦੇ ਵਿੱਚ ਗਵਰਨਰ ਦੇ ਅਹੁਦੇ ਲਈ ਕਿਸੇ ਖਾਸ ਪ੍ਰਕਿਰਿਆ ਦਾ ਜ਼ਿਕਰ ਨਾ ਹੋਣ ਦੀ ਗੱਲ ਕਹਿ ਕੇ ਕੇਂਦਰ ਸਰਕਾਰ ਦੇ ਵੱਲੋਂ ਗਵਰਨਰ ਤਾਇਨਾਤ ਕੀਤੇ ਜਾਣ ਦੇ ਆਧਾਰ ਤੇ ਹੀ ਸਵਾਲ ਖੜੇ ਕਰ ਦਿੱਤੇ। ਇਸ ਤੋਂ ਪਹਿਲਾਂ ਦਿਨ ਵੇਲੇ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਕਹਿ ਦਿੱਤਾ ਸੀ ਕਿ ਪੰਜਾਬ ਦੇ ਲੋਕਾਂ ਦੇ ਲਈ ਇਲੈਕਟਿਡ ਲੋਕ ਹੀ ਫੈਸਲਾ ਲੈਣਗੇ, ਸਿਲੈਕਟਿਡ ਨਹੀਂ। ਪੰਜਾਬ ਨੂੰ ਜਿਨ੍ਹਾਂ ਨੇ ਚੁਣਿਆ ਉਹੀ ਫੈਸਲੇ ਕਰਨ, ਇਲੈਕਟਡ ਕਰਨ, ਨਾ ਕਿ ਸਿਲੈਕਟਡ ਕੋਈ ਵਿੱਚ ਆਪਣੀ ਟੰਗ ਅੜਾਉਣ ਕਿ ਆਹ ਕਿਉਂ ਹੋ ਗਿਆ, ਆਹ ਨਾ ਹੋ ਗਿਆ। ਲੋਕਤੰਤਰ 'ਚ ਇਲੈਕਟਡ ਲੋਕ ਜਿਹੜੇ ਨੇ ਉਹ ਵੱਡੇ ਨੇ, ਸਿਲੈਕਟਡ ਤਾਂ ਕੋਈ ਵੀ ਹੋ ਸਕਦਾ ਹੈ। ਗਵਰਨਰ ਅਤੇ ਸੀਐਮ ਦੇ ਵਿਚਾਲੇ ਜਾਰੀ ਇਸ ਵਿਵਾਦ ਤੇ ਵਿਰੋਧੀਆਂ ਨੇ ਵੀ ਮੋਰਚਾ ਖੋਲ੍ਹਿਆ ਹੋਇਆ ਹੈ।
ਪ੍ਰਤਾਪ ਬਾਜਵਾ ਨੇ ਇਸ ਨੂੰ ਸਰਕਾਰ ਦੇ ਸਿਸਟਮ ਦੇ ਨਾਲ ਜੋੜਿਆ ਤਾਂ ਅਕਾਲੀ ਦਲ ਨੇ ਸਰਕਾਰ ਦੀਆਂ ਮੀਟਿੰਗਾਂ ਵਿੱਚ ਦਿੱਲੀ ਦੇ ਲੋਕਾਂ ਦੀ ਮੌਜੂਦਗੀ ਦਾ ਸਵਾਲ ਚੁੱਕ ਲਿਆ। ਉਧਰ ਬੀਜੇਪੀ ਦਾ ਦਾਅਵਾ ਹੈ ਕਿ ਸਵਾਲ ਪੁੱਛਣਾ ਗਵਰਨਰ ਦਾ ਹੱਕ ਹੈ। ਜਿਨ੍ਹਾਂ ਨੇ ਕਨਸਟੀਟਿਊਸ਼ਨ ਬਣਾਈ ਹੈ ਉਹਨਾਂ ਦੀ ਕਨਸਟੀਟਿਊਸ਼ਨ ਮੁਤਾਬਕ ਜਿਹੜਾ ਕਨਸਟੀਟਿਊਸ਼ਨਲ ਹੈਡ ਹੈ ਪੰਜਾਬ ਉਹਦੀਆਂ ਜੇ ਕੁਝ ਕੁਐਰੀਜ਼ ਨੇ ਜਿਹੜੀਆਂ ਮੈਂ ਸਮਝਣਾ ਬਿਲਕੁਲ ਠੀਕ ਨੇ ਤੇ ਚੀਫ ਮਿਨਿਸਟਰ ਸਾਹਿਬ ਦਾ ਜੇ ਦਫ਼ਤਰ ਜਵਾਬ ਨਹੀਂ ਦਿੰਦਾ ਇਹ ਫਿਰ ਇਸ ਤਰ੍ਹਾਂ ਹੀ ਹੋਏਗਾ ਕਿ ਕੱਲ ਨੂੰ ਚੀਫ ਮਿਨਿਸਟਰ ਦੀ ਕੋਈ ਚਿੱਠੀ ਚੀਫ ਸੈਕਟਰੀ ਨੂੰ ਜਾਏਗੀ ਤੇ ਚੀਫ ਸੈਕਟਰੀ ਜਵਾਬ ਦੇਣ ਤੋਂ ਇਨਕਾਰੀ ਹੋ ਜਾਏ। ਭਗਵੰਤ ਮਾਨ ਸਾਹਿਬ 3 ਕਰੋੜ ਪੰਜਾਬੀਆਂ ਨੂੰ ਤੁਸੀਂ ਇਸ ਗੱਲ ਦੇ ਵੀ ਜਵਾਬ ਦਿਓ ਕਿ ਤੁਸੀਂ ਇੱਕ ਸਾਈਨ ਕਰਕੇ ਜਿਹੜਾ ਸਾਰਾ ਪੰਜਾਬ ਕੇਜਰੀਵਾਲ ਕੋਲੇ ਗਿਰਵੀ ਰੱਖਿਆ ਹੈ ਕਿ ਉਹ ਗੈਰ ਸੰਵਿਧਾਨਿਕ ਨਹੀਂ। ਗਵਰਨਰ ਸਰਕਾਰ ਦਾ ਮੁਖੀਆ ਹੁੰਦਾ ਹੈ ਔਰ ਗਵਰਨਰ ਅਗਰ ਇਹ ਪੁੱਛਦਾ ਹੈ ਕਿ ਐਡਵਰਟਾਈਜ਼ਮੈਂਟ ਕਿਹੜੀ ਦਿੱਤੀ ਗਈ ਸੀ, ਕ੍ਰਾਈਟੇਰੀਆ ਕੀ ਸੀ, ਸਿਲੈਕਸ਼ਨ ਪ੍ਰੋਸੈਸ ਕੀ ਸੀ, ਟੋਟਲ ਐਕਸਪੈਂਡੀਚਰ ਕੀ ਹੋਇਆ, ਇਹ ਸੰਵਿਧਾਨਿਕ ਹੈ। ਸੰਵਿਧਾਨ ਦੇ ਵਿੱਚ ਜਿੱਥੇ ਗਵਰਨਰ ਦੀਆਂ ਸ਼ਕਤੀਆਂ ਦਾ ਜ਼ਿਕਰ ਹੈ ਤਾਂ ਉੱਥੇ ਹੀ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਬਾਰੇ ਵੀ ਵਿਸਥਾਰ ਦੇ ਨਾਲ ਲਿਖਿਆ ਗਿਆ ਹੈ। ਅਜਿਹੇ ਵਿੱਚ ਗਵਰਨਰ ਅਤੇ ਮੁੱਖ ਮੰਤਰੀ ਦੇ ਵਿਚਾਲੇ ਤਣਾਅ ਦਾ ਅਸਰ ਆਉਂਦੇ ਦਿਨਾਂ ਵਿੱਚ ਕੀ ਨਵਾਂ ਮੋੜ ਲੈਂਦਾ ਹੈ ਇਹ ਵੇਖਣਾ ਹੋਵੇਗਾ। ਚੰਡੀਗੜ੍ਹ ਤੋਂ ਨੁਪਿੰਦਰ ਸਿੰਘ ਬਰਾੜ ਦੇ ਨਾਲ ਦਿੱਲੀ ਤੋਂ ਰਵੀ ਮਿਸ਼ਰਾ ਦੀ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਸਵਾਲ ਤੇ ਸਵਾਲ ਪੁੱਛੇ ਜਾ ਰਹੇ ਨੇ, ਚਿੱਠੀ ਤੇ ਚਿੱਠੀ ਭੇਜੀ ਜਾ ਰਹੀ ਹੈ ਪਰ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅਸੀਂ ਚਰਚਾ ਦੀ ਸ਼ੁਰੂਆਤ ਕਰੀਏ ਪਰ ਉਸ ਤੋਂ ਪਹਿਲਾਂ ਜਿਹੜੇ ਕਾਨੂੰਨ ਦੇ ਮਾਹਰ ਨੇ, ਸੰਵਿਧਾਨ ਦੇ ਮਾਹਰ ਨੇ, ਉਹ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। संविधान का आर्टिकल 167 कहता है कि अगर कोई राज्य, हर मुख्यमंत्री की ड्यूटी है कि वो अपनी सरकार के संबंध में जो भी जानकारी है वो राज्यपाल को देवे और अगर राज्यपाल मंगता है फिर तो पूरी जानकारी उन्होंने देनी पैंदी है। दुख की गल यह है कि पंजाब के मुख्य मंत्री संविधान या तो पढ़ नहीं रहे, उस तो खिलाफ वो कार्रवाई कर रहे हैं। ये ऐसी किहड़ी जानकारी है जिहदे देन च कोई उन्होंने लोगों के प्रति राज्यपाल को पावर है, अधिकार है कि वो इन्फॉर्मेशन मांग सकता है, लेकिन किसी भी इलेक्टेड गवर्नमेंट के किसी डे टू डे किसी काम में मेरे को लगता है राज्यपाल हस्तक्षेप करने में उसकी बहुत लिमिटेशंस हैं, हस्तक्षेप नहीं कर सकता है। हाँ, इन्फॉर्मेशन मांगे कि आपने कैसे करा, क्या करा, आप वो दे दे, उसके लिए वो मेरे को लगता है चीफ मिनिस्टर उतना लायबल है, इलेक्टेड गवर्नमेंट है, पब्लिक है और सारा जो संवैधानिक व्यू है उसके हिसाब से संवैधानिक प्रावधान है। ਤਾਂ ਸ਼ੁਰੂਆਤ ਕਰਦੇ ਹਾਂ ਇਸ ਮੁੱਦੇ ਉੱਤੇ ਗੱਲਬਾਤ ਅੱਜ ਕਰਾਂਗੇ। ਇੱਕ ਪਾਸੇ ਜਿਹੜੇ ਕਾਨੂੰਨ ਦੇ ਜਾਣਕਾਰ ਨੇ ਸਤਿਆਪਾਲ ਜੈਨ ਨੂੰ ਤੁਸੀਂ ਸੁਣਿਆ ਤੇ ਜਿਹੜੇ ਹੋਰ ਕਾਨੂੰਨ ਦੇ ਮਾਹਰ ਨੇ ਨੀਰਜ ਕੁਮਾਰ ਉਹਨਾਂ ਨੂੰ ਵੀ ਸੁਣਿਆ, ਉਹਨਾਂ ਦੇ ਪੁਆਇੰਟ ਦੇ ਉੱਤੇ ਜੋ ਜ਼ਿਕਰ ਕਰ ਰਹੇ ਸੀ ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਬਿਕਰਮਜੀਤ ਜੀ ਪਾਸੀ ਜੁੜ ਰਹੇ ਨੇ। ਬਿਕਰਮਜੀਤ ਪਾਸੀ ਜੀ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸਾਡੇ ਨਾਲ ਨਰਿੰਦਰ ਸੰਧੂ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਅਨਿਲ ਸਿੰਘ ਸਾਹਿਬ ਸਾਡੇ ਨਾਲ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਤੇ ਇਸ ਦੇ ਨਾਲ ਸਾਡੇ ਨਾਲ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਸਟੂਡੀਓ ਦੇ ਵਿੱਚ ਮੌਜੂਦ ਨੇ ਸਾਰੇ ਮਹਿਮਾਨਾਂ ਦਾ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਸ਼ੁਰੂਆਤ ਕਰਦੇ ਹਾਂ ਕਿਉਂਕਿ ਹੁਣ ਇੱਕ ਤਰੀਕੇ ਨਾਲ ਗੇਂਦ ਹੈ, ਚਿੱਠੀ ਵਾਲੀ ਗੇਂਦ, ਇੱਕ ਪਾਲੇ ਚੋਂ ਦੂਜੇ ਪਾਲੇ ਸੁੱਟੀ ਜਾ ਰਹੀ ਹੈ। ਸਰਕਾਰ ਰਾਜਪਾਲ ਵਾਲੇ ਪਾਸੇ ਸੁੱਟ ਦਿੰਦੇ ਨੇ, ਸਰਕਾਰ ਦੇ ਨੁਮਾਇੰਦੇ ਤੇ ਰਾਜਪਾਲ ਸਰਕਾਰ ਵਾਲੇ ਪਾਸੇ ਸੁੱਟ ਦਿੰਦੇ ਨੇ। ਫਿਲਹਾਲ ਜੋ ਸਥਿਤੀ ਨਜ਼ਰ ਆ ਰਹੀ ਹੈ ਤਾਂ ਸੀਐਮ ਨੇ ਚਿੱਠੀ ਲਿਖੀ ਹੈ ਰਾਜਪਾਲ ਨੂੰ, ਜਿਸ ਦੇ ਵਿੱਚ ਪ੍ਰਿੰਸੀਪਲਾਂ ਦੇ ਮੁੱਦੇ ਉੱਤੇ ਜੋ ਜਵਾਬ ਮੰਗਿਆ ਸੀ ਉਸ ਤੇ ਸਵਾਲ ਪੁੱਛ ਲਿਆ ਕਿ ਦੱਸੋ ਤੁਹਾਡੀ ਨਿਯੁਕਤੀ ਕਿਵੇਂ ਹੁੰਦੀ ਹੈ, ਕਿਸ ਤਰੀਕੇ ਨਾਲ ਤੁਸੀਂ ਸਿਲੈਕਟ ਕੀਤੇ ਗਏ ਹੋ। ਇਸ ਦੇ ਉੱਤੇ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮੈਂ ਬੀਜੇਪੀ ਤੋਂ ਸ਼ੁਰੂਆਤ ਕਰਦੇ ਹਾਂ। ਸਰੀਨ ਸਾਹਿਬ, ਸ਼ੁਰੂਆਤ ਤੁਹਾਡੇ ਤੋਂ ਹੀ। ਅੱਜ ਪ੍ਰੋਗਰਾਮ ਦਾ ਜਾਂ ਪੂਰਾ ਟਾਈਟਲ ਅਸੀਂ ਦਿੱਤਾ ਦਿਓ ਜਵਾਬ, ਤਾਂ ਫਿਰ ਸੀਐਮ ਦੀ ਚਿੱਠੀ ਆ ਗਈ ਰਾਜਪਾਲ ਵਾਲੇ ਪਾਸੇ, ਤੁਸੀਂ ਦਿਓ ਜਵਾਬ। ਗੌਰਵ ਜੀ, ਮੈਂ ਸਮਝਦਾ ਕਿ ਅੱਜ ਪੰਜਾਬ ਦੇ ਇਤਿਹਾਸ 'ਚ ਅੱਜ ਦਾ ਦਿਹਾੜਾ ਇੱਕ ਕਾਲੇ ਅੱਖਰਾਂ 'ਚ ਲਿਖਿਆ ਜਾਏਗਾ ਕਿ ਜਦੋਂ ਇੱਕ ਨਲਾਇਕ ਮੁੱਖ ਮੰਤਰੀ, ਜਿਹਨੂੰ ਇਹ ਨਹੀਂ ਪਤਾ ਕਿ ਸੰਵਿਧਾਨ ਕੀ ਹੈ, ਜੇ ਨਹੀਂ ਪਤਾ ਤੇ ਬੰਦਾ ਆਪਣੇ ਪ੍ਰਿੰਸੀਪਲ ਸੈਕਟਰੀ, ਚੀਫ ਸੈਕਟਰੀ, ਆਪਣੇ ਐਡਵੋਕੇਟ ਜਨਰਲ ਕੋਲੋਂ ਪੁੱਛ ਲੈਂਦਾ ਕਿ ਵੀ ਮੇਰੀਆਂ ਕੀ ਪਾਵਰਾਂ ਨੇ ਜਾਂ ਕੀ ਜਿਹੜੀ ਚਿੱਠੀ ਆਈ ਹੈ ਉਹਦਾ ਕੀ ਜਵਾਬ ਹੋਣਾ ਚਾਹੀਦਾ ਹੈ। ਜਿਹੜਾ ਮੁੱਖ ਮੰਤਰੀ ਇੰਨੀ ਵੀ ਅਕਲ ਨਹੀਂ ਵਰਤ ਸਕਦਾ, ਮੈਂ ਸਮਝਦਾ ਕਿ ਅੱਜ ਪੰਜਾਬ ਵਾਸਤੇ ਬਹੁਤ ਦੁੱਖ ਦੀ ਗੱਲ ਹੈ ਕਿ ਲੋਕਾਂ ਨੇ ਬੜੇ ਚਾਅ ਦੇ ਨਾਲ ਇੱਕ ਮੁੱਖ ਮੰਤਰੀ ਚੁਣਿਆ ਸੀਗਾ, 92 ਸੀਟਾਂ ਦੇ ਕੇ ਇੱਕ ਮੁੱਖ ਮੰਤਰੀ ਚੁਣਿਆ ਸੀਗਾ, ਲੇਕਿਨ ਉਹ ਮੈਨੂੰ ਲੱਗਦਾ ਕਿ ਆਪਣੀ ਸਟੇਜ ਕਾਮੇਡੀ ਤੋਂ ਬਾਹਰ ਨਹੀਂ ਆਏ ਔਰ ਸਰਕਾਰ ਚਲਾਉਣਾ ਤੇ ਦੂਰ ਦੀ ਗੱਲ ਹੈ। ਔਰ ਅੱਜ ਤੱਕ ਜਿਹੜਾ ਉਹਨਾਂ ਦਾ ਬਿਆਨ ਹੈ ਉਹ ਬਹੁਤ ਹੀ ਦੁਰਭਾਗਿਆਪੂਰਨ ਹੈ, ਅਸੰਵਿਧਾਨਿਕ ਹੈ, ਮਰਿਆਦਾ ਤੋਂ ਪਰੇ ਹੈ ਔਰ ਬਹੁਤ ਹੀ ਜ਼ਿਆਦਾ ਆਪੱਤੀਜਨਕ ਜਵਾਬ ਜਿਹੜੇ ਉਹਨਾਂ ਨੇ ਦਿੱਤਾ ਹੈ। ਮੈਂ ਸਮਝਦਾ ਕਿ ਜਿੰਨੀ ਨਿੰਦਾ ਕੀਤੀ ਜਾਵੇ
ਉਨੀ ਥੋੜੀ। ਗੌਰਵ ਜੀ ਮੈਨੂੰ ਇੱਕ ਚੀਜ਼ ਦੱਸੋ, ਇਸ 'ਚ ਕੋਈ ਦੋ ਰਾਏ ਨਹੀਂ, ਇੱਕ ਇਲੈਕਟਿਡ ਗਵਰਨਮੈਂਟ ਹੁੰਦੀ ਹੈ ਔਰ ਇੱਕ ਕੰਸਟੀਟਿਊਸ਼ਨਲ ਹੈਡ ਹੁੰਦਾ ਹੈ। ਆਪਾਂ ਸਾਰੇ ਜਾਣਦੇ ਆ, ਔਰ ਇਹ ਅੱਜ ਦੀ ਨਹੀਂ ਪ੍ਰਥਾ 1947 ਤੋਂ ਲਗਾਤਾਰ ਚੱਲਦੀਆਂ ਆ ਰਹੀਆਂ ਨੇ ਸਰਕਾਰਾਂ। ਔਰ ਜਿਸ ਮੁੱਖ ਮੰਤਰੀ ਨੂੰ ਆਪਣੇ ਸੰਵਿਧਾਨਿਕ ਅਧਿਕਾਰਾਂ ਦਾ ਨਾ ਪਤਾ ਹੋਵੇ ਤੇ ਮਨ ਨੂੰ ਚਿੰਤਾ ਹੋਰ ਵੱਧ ਜਾਂਦੀ ਹੈ। ਦੇਖੋ ਆਪਾਂ ਜਿਹੜੇ ਕਾਨੂੰਨ ਦੇ ਮਾਹਰ ਨੇ ਉਹਨਾਂ ਨੂੰ ਵੀ ਸੁਣ ਲਿਆ ਕਿ ਆਰਟੀਕਲ 167 ਆਫ ਦਾ ਕੰਸਟੀਟਿਊਸ਼ਨ ਦੇ ਵਿੱਚ ਗਵਰਨਰ ਨੂੰ ਇਹ ਅਧਿਕਾਰ ਹੈ ਕਿ ਉਹ ਕੋਈ ਵੀ ਜਾਣਕਾਰੀ ਮੁੱਖ ਮੰਤਰੀ ਕੋਲੋਂ ਮੰਗ ਸਕਦਾ ਔਰ ਮੁੱਖ ਮੰਤਰੀ ਪਾਬੰਦ ਹੈ ਉਹ ਸੂਚਨਾ ਨੂੰ ਦੇਣ ਦੇ। ਇਹਦੇ ਇਲਾਵਾ ਇਹ ਤੇ ਸਿਰਫ ਸੂਚਨਾ ਮੰਗੀ ਹੈ, even governor can give directions for a particular purpose ਕਿ ਕਾਉਂਸਲ ਆਫ ਮਿਨਿਸਟਰਸ ਇਸ ਚੀਜ਼ ਨੂੰ ਕੰਸੀਡਰ ਕਰ ਲੈਣ। ਇੱਥੇ ਤੇ ਜਾਣਕਾਰੀ ਮੰਗਣ ਤੇ ਉੱਤੇ ਇੰਨਾ ਬਵਾਲ ਗੌਰਵ ਕਿਉਂ? ਕੀ ਛੁਪਾਉਣਾ ਚਾਹੁੰਦੇ ਹੋ? ਮੈਨੂੰ ਦੱਸੋ ਇਹ 'ਚ ਮੰਗਿਆ ਕੀ ਹੈ? ਦੇਖੋ ਇਹ ਕਹਿੰਦੇ ਨੇ ਜੀ ਕਿ ਗਵਰਨਰ ਸਾਹਿਬ, ਅੱਜ ਸਵੇਰ ਕੱਲ ਦੀਆਂ ਆਪਣਾ ਡਿਬੇਟਸ ਚੱਲ ਰਹੀਆਂ ਨੇ, ਇਹਨਾਂ ਦੇ ਵਕਤਾ ਆ ਕੇ ਕਹਿੰਦੇ ਗਵਰਨਰ ਸਾਹਿਬ ਪ੍ਰੈਸ 'ਚ ਕਿਉਂ ਗਏ? ਠੀਕ ਹੈ, ਮੈਨੂੰ ਇੱਕ ਚੀਜ਼ ਦੱਸੋ। ਮੈਂ ਸਰੀਨ ਸਾਹਿਬ ਬਿਲਕੁਲ ਪੁਆਇੰਟ ਤੇ ਆਉਣਾ, ਮੈਂ ਪੁਆਇੰਟ ਤੇ ਆਉਣਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਅਸੰਵਿਧਾਨਿਕ ਹੈ, ਕਿਵੇਂ? ਮੈਂ ਉਹੀ ਯਾਰ ਉੱਥੇ ਆ ਮੈਨੂੰ ਇੱਕ ਚੀਜ਼ ਦੱਸੋ, ਆਰਟੀਕਲ 167 ਦੇ ਵਿੱਚ ਗਵਰਨਰ ਜੇ ਇਨਫੋਰਮੇਸ਼ਨ ਮੰਗਦਾ ਤੇ ਇਨਫੋਰਮੇਸ਼ਨ ਸਰਕਾਰ ਨੂੰ ਦੇਣੀ ਚਾਹੀਦੀ ਹੈ, ਇਸ 'ਚ ਕੋਈ ਦੋ ਰਾਏ ਨਹੀਂ ਗੀ, ਔਰ ਦੇਣੀ ਪਏਗੀ, ਇਹ ਵੀ ਮੈਂ ਦੱਸ ਦਿਆਂ। ਹੁਣ ਇਹ ਕਹਿੰਦੇ ਨੇ, ਦੇਖੋ ਗਵਰਨਰ ਸਾਹਿਬ ਬਿਲਕੁਲ ਆਪਣੀ ਥਾਂ ਤੇ ਠੀਕ ਨੇ, ਉਹਨਾਂ ਨੇ ਪੁੱਛਿਆ ਹੈ 21/7/2022 ਨੂੰ ਚਿੱਠੀ ਲਿਖੀ, ਅੱਜ ਕਿਹੜੀ ਆ ਗਿਆ ਫੈਬਰਵਰੀ 23, 21/7/2022 ਨੂੰ ਚਿੱਠੀ ਲਿਖੀ, ਇਹਨਾਂ ਨੂੰ ਕੋਈ ਇਨਫੋਰਮੇਸ਼ਨ ਮੰਗੀ ਕਿ 2 ਲੱਖ ਬੱਚੇ ਜਿਹੜੇ ਸ਼ਡਿਊਲ ਕਾਸਟ ਦੇ ਹੈਗੇ ਨੇ ਉਹ ਆਪਣੀਆਂ ਪੜ੍ਹਾਈਆਂ ਤੋਂ ਡਿਸਕੰਟੀਨਿਊ ਕਰ ਗਏ ਨੇ, ਤੇ ਤੁਸੀਂ ਉਹਦਾ ਕੀ ਹੈ, ਉਹਦਾ ਕਾਰਨ ਕੀ ਹੈ? ਉਹਦਾ ਕੋਈ ਜਵਾਬ ਇਹਨਾਂ ਨੇ ਨਹੀਂ ਦਿੱਤਾ। ਪੀਏਯੂ ਦੇ ਵਾਈਸ ਚਾਂਸਲਰ ਦਾ 23/11/22 ਦਾ ਉਹਨਾਂ ਦੀ ਲੈਟਰ ਹੈ, ਉਹਦਾ ਕੋਈ ਜਵਾਬ ਨਹੀਂ ਦਿੱਤਾ। 14/12/22 ਨੂੰ ਕੁਲਦੀਪ ਸਿੰਘ ਚਹਿਲ ਦੇ ਬਾਰੇ ਲੈਟਰ ਲਿਖੀ, ਉਹਦਾ ਕੋਈ ਜਵਾਬ ਇਹਨਾਂ ਨੇ ਨਹੀਂ ਦਿੱਤਾ। ਠੀਕ ਹੈ। 4/1/23 ਨੂੰ ਨਵਲ ਅਗਰਵਾਲ ਕੇਜਰੀਵਾਲ ਦਾ ਏਜੰਟ, ਉਹਦਾ ਦਾਇਆ ਹੱਥ ਚੀਫ ਸੈਕਟਰੀ ਔਰ ਜਿਹੜਾ ਡੀਜੀਪੀ ਦੀਆਂ ਇੰਪੋਰਟੈਂਟ ਮੀਟਿੰਗਸ ਜਿਹੜੀਆਂ ਹੋ ਗਈਆਂ ਨੇ, ਕੌਨਫੀਡੈਂਸ਼ੀਅਲ ਮੀਟਿੰਗਸ ਹੁੰਦੀਆਂ ਨੇ, ਉਹਦੇ ਚੋਂ ਬੈਠਦੇ ਨੇ, ਉਹਦੇ ਬਾਰੇ ਚਿੱਠੀ ਲਿਖੀ, ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਠੀਕ ਹੈ। ਹੁਣ ਇਹ ਸਰਕਾਰ ਕੀ ਕਹਿੰਦੀ ਹੈ, ਸਰਕਾਰ ਕੀ ਚਾਹੁੰਦੀ ਹੈ? ਔਰ ਉਹਦੇ ਬਾਅਦ ਇਹ ਪੁੱਛਣਾ ਕਿ ਗਵਰਨਰ ਸਾਹਿਬ ਤੁਸੀਂ ਕਿਉਂ ਪੁੱਛਦੇ ਹੋ, ਇਹ ਬਹੁਤ ਹੀ ਮੰਦਭਾਗਾ ਹੈ। ਔਰ ਮੈਂ ਇਹਦੀ ਕਿਹੜੇ ਸ਼ਬਦਾਂ 'ਚ ਨਿੰਦਾ ਕਰਦਾ। ਮੈਨੂੰ ਇੱਕ ਚੀਜ਼ ਦੱਸੋ, ਹੁਣ ਇਹਨਾਂ ਨੇ ਅੱਜ ਸ਼ਬਦ ਵਰਤਿਆ ਇਲੈਕਟਿਡ ਔਰ ਸਿਲੈਕਟਿਡ ਜੀ, ਬੜੀ ਅੱਛੀ ਗੱਲ ਹੈ, ਤੁਸੀਂ ਇਲੈਕਟਿਡ ਹੈਗੇ ਹੋ, ਦੇयर इज नो डाउट, ਔਰ ਇਹ 'ਚ ਵੀ ਕੋਈ ਦੋ ਰਾਏ ਨਹੀਂ ਕਿ ਗਵਰਨਰ ਅਪਾਇੰਟਡ ਬਾਈ ਦਾ ਸੈਂਟਰਲ ਗਵਰਨਮੈਂਟ ਹੁੰਦਾ ਹੈ, ਇਹ 'ਚ ਕੋਈ ਦੋ ਰਾਏ ਨਹੀਂ। ਪਰ ਤੁਸੀਂ ਇਲੈਕਟਿਡ ਸਿਲੈਕਟਿਡ ਦਾ ਸ਼ਬਦ ਇਸਤੇਮਾਲ ਕਰਨ ਤੋਂ ਪਹਿਲਾਂ ਆਪਣੀ ਸਰਕਾਰ ਤੇ ਸੋਚ ਲੈਂਦੇ। ਤੁਹਾਡੀ ਇਲੈਕਟਿਡ ਸਰਕਾਰ, ਲੇਕਿਨ ਚਲਾ ਕੌਣ ਰਹੇ ਨੇ? ਸਿਲੈਕਟਿਡ ਬੰਦੇ। ਕੌਣ? ਅਰਵਿੰਦ ਕੇਜਰੀਵਾਲ। ਤੁਸੀਂ MOU ਸਾਈਨ ਕਰਕੇ ਪੰਜਾਬੀਅਤ ਔਰ ਪੰਜਾਬੀਆਂ ਨੂੰ ਅਰਵਿੰਦ ਕੇਜਰੀਵਾਲ ਜਸਟ 1 ਮਿੰਟ ਤੁਸੀਂ ਕੇਜਰੀਵਾਲ ਕੋ ਗਿਰਵੀ ਰੱਖ ਕੇ ਆਏ ਪੰਜਾਬ ਨੂੰ, ਇਹ ਕੀ ਸੀਗਾ? ਉਹਦੇ ਬਾਅਦ ਮੈਂ ਜਿਵੇਂ ਨਵਲ ਅਗਰਵਾਲ ਦਾ ਗੱਲ ਜ਼ਿਕਰ ਕੀਤੀ, ਹੂ ਇਜ਼ ਹੀ? ਇਜ਼ ਹੀ ਇਲੈਕਟਡ ਬਾਈ ਦਾ ਪੰਜਾਬ ਪੀਪਲ ਆਫ ਪੰਜਾਬ? ਕੇਜਰੀਵਾਲ ਦਾ ਨੁਮਾਇੰਦਾ, ਕੇਜਰੀਵਾਲ ਦਾ ਕਲੈਕਸ਼ਨ ਏਜੰਟ ਇੱਥੇ ਬੈਠ ਕੇ ਸਰਕਾਰੀ ਮੀਟਿੰਗਾਂ ਦੇ ਵਿੱਚ ਬੈਠਦਾ ਮੁੱਖ ਮੰਤਰੀ ਦੇ ਨਾਲ, ਔਰ ਸਿੱਧਾ ਈਵਨ ਮੁੱਖ ਮੰਤਰੀ ਦੇ ਬਿਨਾਂ ਵੀ ਚੀਫ ਸੈਕਟਰੀ ਔਰ ਡੀਜੀਪੀ ਨਾਲ ਬੈਠਦਾ ਹੈ, ਇਹ ਸਿਲੈਕਟਡ ਬੰਦਾ ਨਹੀਂ ਹੈ? ਉਹਦੇ ਬਾਅਦ ਸਾਰੇ ਮੰਤਰੀਆਂ ਤੇ ਵਿਦਆਊਟ ਐਨੀ ਐਕਸੈਪਸ਼ਨ, ਸਾਰੇ ਮੰਤਰੀ ਔਰ ਸਾਰੇ ਮਹਿਕਮਿਆਂ ਦੇ ਉੱਤੇ ਦਿੱਲੀ ਤੋਂ ਆਏ OSD ਲਗਾਏ ਹੋਏ ਆ ਤੁਸੀਂ ਸਿਰਫ ਪੰਜਾਬ ਦੇ ਖਰਚੇ ਤੇ। ਕਿਆ ਇਹ ਸਿਲੈਕਟਡ ਬੰਦੇ ਮਿਨਿਸਟਰੀਆਂ ਨਹੀਂ ਚਲਾ ਰਹੇ? ਠੀਕ ਹੈ, ਤੁਹਾਡੇ ਮੰਤਰੀ ਕੋਲ ਤਾਂ ਪਾਵਰ ਕੋਈ ਨਹੀਂ। ਠੀਕ ਹੈ, ਤੁਹਾਡੇ ਐਲੀਗੇਸ਼ਨਸ ਹੈਗੇ ਨੇ, ਪਰ ਮੈਂ ਸਰੀਨ ਸਾਹਿਬ ਵਾਪਸ ਆ ਰਿਹਾ ਉਸੇ ਪੁਆਇੰਟ ਦੇ ਉੱਤੇ। ਕੋਈ ਚੀਜ਼ ਜਸਟੀਫਾਈ ਨਹੀਂ ਹੋ ਸਕਦੀ ਕਿ ਜੇ ਤੁਸੀਂ ਇਸ ਤਰੀਕੇ ਨਾਲ ਕਰ ਰਹੇ ਹੋ ਤਾਂ ਅਸੀਂ ਇਸ ਤਰੀਕੇ ਨਾਲ ਕਰਾਂਗੇ, ਇਹ ਨਹੀਂ ਹੋ ਸਕਦਾ ਨਾ ਸਰ, ਸੰਵਿਧਾਨ ਦੇ ਮੁਤਾਬਿਕ ਚੱਲੇਗਾ। ਤੁਹਾਨੂੰ ਇਤਰਾਜ਼ ਹੈ OSD ਵਾਲੀ ਗੱਲ ਦੇ ਉੱਤੇ ਜਾਂ ਕਿਸੇ ਵੀ ਪੁਆਇੰਟ ਦੇ ਉੱਤੇ, ਤਾਂ ਉਸ ਦੇ ਲਈ ਵੀ ਤਜਵੀਜ਼ਾਂ ਹੈਗੀਆਂ ਨੇ ਕਾਨੂੰਨ ਦੇ ਵਿੱਚ, ਮੈਂ ਉਸ ਦੇ ਉੱਤੇ ਆਉਂਗਾ। ਜਿਹੜਾ ਤੁਸੀਂ ਪੁਆਇੰਟ ਚੁੱਕਿਆ ਵੈਲਿਡ ਆ ਉਹ। ਮੈਂ ਰੁਕ ਕਰ ਲੈਣਾ ਇੱਕ ਵਾਰ ਆਮ ਆਦਮੀ ਪਾਰਟੀ ਦਾ। ਪਾਸੀ ਜੀ ਸਾਡੇ ਨਾਲ ਜੁੜੇ ਹੋਏ ਨੇ। ਪਾਸੀ ਜੀ, ਅਸੰਵਿਧਾਨਿਕ ਗੱਲਾਂ ਕੀਤੀਆਂ ਜਾ ਰਹੀਆਂ ਨੇ ਸਰਕਾਰ ਦੇ ਵੱਲੋਂ, ਬੀਜੇਪੀ ਦੇ ਨੁਮਾਇੰਦੇ ਤੁਹਾਡੇ ਉੱਤੇ ਇਲਜ਼ਾਮ ਲਗਾ ਰਹੇ ਨੇ, ਬਹੁਤ ਸਟਰੋਂਗ ਵਰਡ ਉਹਨਾਂ ਨੇ ਮੁੱਖ ਮੰਤਰੀ ਦੇ ਲਈ ਯੂਜ਼ ਕੀਤੇ ਨੇ, ਤੁਸੀਂ ਸੁਣੇ ਹੋਣਗੇ, ਤੁਸੀਂ ਵੀ ਦਿਓ ਜਵਾਬ। ਦੇਖੋ ਮੈਂ ਨਾ ਸਤਿ ਸ੍ਰੀ ਅਕਾਲ ਕਰਦਾ ਪਹਿਲਾਂ ਤਾਂ ਸਾਰਿਆਂ ਨੂੰ, ਪਰ ਮੈਂ ਇੱਕ ਚੀਜ਼ ਦੱਸਦਾ, ਬੀਜੇਪੀ ਵਾਲਿਆਂ ਤੋਂ ਹੋਰ ਕੋਈ ਆਸ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪੰਜਾਬ ਦੇ ਵਿੱਚ ਨਾ ਇਹਨਾਂ ਦਾ ਕੋਈ ਆਧਾਰ ਹੈ ਨਾ ਬਣਨਾ ਹੈ। ਔਰ ਇਹਨਾਂ ਨੂੰ ਇਹ ਲੱਗਦਾ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ, ਹੁਣ ਗਵਰਨਰ ਦਾ ਮਿਸਯੂਜ਼ ਕਰਨਾ ਚਾਹੁੰਦੇ ਆ। ਹੁਣ ਗਵਰਨਰ ਦੇ ਇਸ਼ੂ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਜਦੋਂ 3 ਸਤੰਬਰ 2013 ਨੂੰ ਕਮਲਾ ਬੈਨੀਵਾਲ ਗੁਜਰਾਤ ਦੇ ਗਵਰਨਰ ਸੀ ਔਰ ਮੋਦੀ ਜੀ ਉੱਥੋਂ ਦੇ ਮੁੱਖ ਮੰਤਰੀ ਸੀਗੇ,
ਤਾਂ ਮੁੱਖ ਮੰਤਰੀ ਜੀ ਨੇ ਰੈਲੀ ਕਰਤੀ ਸੀ ਅਹਿਮਦਾਬਾਦ ਦੇ ਵਿੱਚ ਕਿ ਗਵਰਨਰ ਸੈਂਟਰ ਸਰਕਾਰ ਜਿਹੜੀ ਕਾਂਗਰਸ ਦੀ ਹੈ ਗਵਰਨਰ ਦੇ ਰਾਹੀਂ ਪੈਰਲਰ ਗਵਰਨਮੈਂਟ ਚਲਾਉਣਾ ਚਾਹੁੰਦੀ ਹੈ। ਅੱਜ ਇਹਨਾਂ ਨੂੰ ਗਵਰਨਰ ਦੀਆਂ ਗੱਲਾਂ ਅੱਛੀਆਂ ਲੱਗ ਰਹੀਆਂ। ਔਰ ਜਿਹੜੇ ਗਵਰਨਰ ਹੈ ਬਲਵਾਰੀ ਲਾਲ ਪੁਰੋਹਿਤ ਜੀ, ਇਹ ਪੰਜਾਬ ਆਉਣ ਤੋਂ ਪਹਿਲਾਂ ਤਾਮਿਲਨਾਡੂ ਦੇ ਗਵਰਨਰ ਸੀਗੇ ਔਰ ਉੱਥੇ ਉਹਨਾਂ ਨੇ ਲਗਾਤਾਰ ਸਰਕਾਰ ਦੇ ਕੰਮਾਂ ਦੇ ਵਿੱਚ ਇੰਟਰਫੇਅਰ ਕੀਤਾ ਸੀ ਔਰ ਉੱਥੇ ਫਿਰ ਡੀਐਮਕੇ, ਕਾਂਗਰਸ ਔਰ ਆਈਯੂਐਮਐਲ ਨੇ ਬਾਈਕਾਟ ਕੀਤਾ ਸੀ ਗਵਰਨਰ ਦਾ 25 ਜੂਨ 2018। 21 ਅਕਤੂਬਰ 2022 ਨੂੰ ਗਵਰਨਰ ਸਾਹਿਬ ਨੇ ਇੱਕ ਬੜਾ ਹਾਸੋਹੀਣਾ, ਇਹਨਾਂ ਨਾਲ ਹੀ ਬਨਵਾਰੀ ਲਾਲ ਪੁਰੋਹਿਤ ਜੀ ਜਿਨ੍ਹਾਂ ਨੂੰ ਇਹਨਾਂ ਨੇ ਪੰਜਾਬ 'ਚ ਭੇਜਿਆ, ਉਹਨਾਂ ਨੇ ਇੱਕ ਹਾਸੋਹੀਣਾ ਬਿਆਨ ਦਿੱਤਾ ਸੀ। ਕਹਿੰਦੇ ਤਾਮਿਲਨਾਡੂ ਦੇ ਵਿੱਚ 40-40, 50-50 ਲੱਖ ਰੁਪਏ ਦੇ ਵਿੱਚ ਵੀਸੀ ਦੀਆਂ ਪੋਸਟਾਂ ਵਿਕੀਆਂ। 7 ਦਸੰਬਰ 2021 ਇਹਨਾਂ ਹੀ ਬਨਵਾਰੀ ਲਾਲ ਪੁਰੋਹਿਤ ਜੀ ਦੇ ਖਿਲਾਫ ਸਟਾਲਨ ਸਾਹਿਬ ਦੀ ਪਾਰਟੀ ਨੇ ਡੈਮੋਨਸਟ੍ਰੇਸ਼ਨ ਕੀਤਾ ਸੀ ਤਾਮਿਲਨਾਡੂ ਦੇ ਵਿੱਚ। ਹੁਣ ਗਵਰਨਰ ਸਾਹਿਬ ਕੇਂਦਰ ਸਰਕਾਰ ਇਹ ਕਹਿੰਦੇ ਆ ਨਾ ਭਗਵੰਤ ਮਾਨ ਜੀ ਨੂੰ ਇਹਨਾਂ ਨੇ ਇੱਕ ਗਲਤ ਲਫ਼ਜ਼ ਯੂਜ਼ ਕੀਤਾ, ਨਲਾਇਕ। ਉਹ ਐਦਾਂ ਨਲਾਇਕ ਨਹੀਂ ਹੈ ਕਿ ਅਡਾਨੀ ਨਾਲ ਜੱਫੀਆਂ ਪਾ ਕੇ ਹਿੰਦੁਸਤਾਨ ਦੀ ਇਕਨੋਮੀ ਨੂੰ ਬਰਬਾਦ ਕਰ ਦੇਣ। ਉਹ ਐਦਾਂ ਨਲਾਇਕ ਨਹੀਂ ਹੈ ਕਿ BBC ਦੀ ਡਾਕੂਮੈਂਟਰੀ ਜਦੋਂ ਆਉਂਦੀ ਹੈ ਤਾਂ BBC ਦੇ ਉੱਤੇ ਇਨਕਮ ਟੈਕਸ ਦੀਆਂ ਰੇਡਾਂ ਪਾ ਦੇਣ। ਉਹ ਐਨੇ ਨਲਾਇਕ ਨਹੀਂ ਹੈ ਕਿ ਜਿਹੜੇ ਆਪਣੇ ਕਰਪਟ ਲੀਡਰਾਂ ਨੂੰ ਹੋਰ ਪਾਰਟੀਆਂ ਦੇ ਨੂੰ ਵੀ ਗੰਗਾ ਜਲ ਛਿੜਕ ਕੇ ਆਪਣੇ ਚ ਲੈ ਆਣ। ਸਾਨੂੰ ਇਹੋ ਜਿਹਾ ਨਲਾਇਕ ਬੰਨਾ ਵੀ ਨਹੀਂ। ਅਸੀਂ ਹਿੰਦੁਸਤਾਨ ਨੂੰ ਬਰਬਾਦ ਨਹੀਂ ਕਰਨਾ। ਸੁਣੋ ਇੱਕ ਮਿੰਟ ਸੁਣੋ ਸਰ, ਮੇਰੀ ਇੱਕ ਗੱਲ ਪਲੀਜ਼। ਦੇਖੋ ਚਿੱਠੀਆਂ ਦੇ ਜ਼ਰੀਏ ਵੀ ਸਵਾਲ ਹੋ ਰਹੇ ਨੇ ਤਾਂ ਮੈਂ ਕਹਿ ਰਿਹਾ ਕਿ ਬਿਲਕੁਲ ਪੁਆਇੰਟ ਤੇ ਰਹੀਏ ਆਪਾਂ। ਤੁਸੀਂ ਜਿਹੜੀ ਵਿੱਚ ਗੱਲ ਕਰ ਰਹੇ ਹੋ ਕੋਈ ਦਿੱਕਤ ਨਹੀਂ, ਤੁਸੀਂ ਆਪਣਾ ਪੁਆਇੰਟ ਰੱਖ ਸਕਦੇ ਹੋ, ਪਰ ਡਿਬੇਟ ਜਿਹੜੇ ਇਸ਼ੂ ਦੇ ਉੱਤੇ ਉਸ ਦੇ ਉੱਤੇ ਰਹੇ। ਸਾਰੇ ਮਹਿਮਾਨ ਆਪਣੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਵੀ ਰੁਕ ਇਹਨਾਂ ਨੂੰ ਸ਼ਬਦਾਂ ਦੀ ਦੇਖੋ ਤੁਸੀਂ ਸੰਵਿਧਾਨ, ਮੈਂ ਸਰੀਨ ਸਾਹਿਬ ਨੂੰ ਉਹੀ ਗੱਲ ਪੁੱਛ ਰਿਹਾ ਸੀ ਕਿ ਉਹ ਸੰਵਿਧਾਨਿਕ ਅਸੰਵਿਧਾਨਿਕ ਕਿਵੇਂ ਕਹਿ ਰਹੇ ਨੇ। ਮੈਂ ਤੁਹਾਨੂੰ ਪੁੱਛ ਰਿਹਾ ਕਿ ਤੁਸੀਂ ਸੰਵਿਧਾਨਿਕ ਕਿਵੇਂ ਕਹਿ ਰਹੇ ਹੋ। ਜਾਂ ਤਾਂ ਤੁਸੀਂ ਕਲੀਅਰ ਸ਼ਬਦਾਂ ਦੇ ਵਿੱਚ ਕਹਿ ਦਿਓ ਕਿ ਨਹੀਂ ਜਾਣਕਾਰੀ ਦਿੱਤੀ ਜਾ ਸਕਦੀ ਜਾਂ ਜਾਣਕਾਰੀ ਨਹੀਂ ਮੰਗ ਸਕਦੇ। ਸਰੀਨ ਸਾਹਿਬ ਨੇ ਕਹਿ ਦਿੱਤਾ ਕਿ ਸੰਵਿਧਾਨ ਦੇ ਮੁਤਾਬਿਕ ਜਾਣਕਾਰੀ ਮੰਗਣਾ ਉਹਨਾਂ ਦਾ ਅਧਿਕਾਰ ਹੈ। ਤੁਸੀਂ ਕਹਿੰਦੇ ਹੋ ਕਿ ਅਧਿਕਾਰ ਨਹੀਂ ਹੈ। ਨਹੀਂ, ਮੈਂ ਤੁਹਾਨੂੰ ਦੱਸਦਾ ਉਹਦੇ ਚ ਕਿਆ ਹੈ ਜੀ। 167 ਆਰਟੀਕਲ ਦਾ ਇਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੂੰ ਅਧਿਕਾਰ ਹੈ। ਇਹਨਾਂ ਨੇ ਇਹ ਗੱਲ ਕਹੀ, ਮੈਂ ਹੁਣ ਉਸੇ ਤੇ ਆਉਣਾ ਚਾਹਨਾ। ਮੈਂ ਇਸ ਕਰਕੇ ਮੈਨੂੰ ਇਹ ਬੋਲਣਾ ਪਿਆ ਕਿਉਂਕਿ ਇਹ ਲਫ਼ਜ਼ ਬੜੇ ਗਲਤ ਯੂਜ਼ ਕਰ ਗਏ ਸੀ। ਪਰ ਮੈਂ ਇੱਕ ਚੀਜ਼ ਦੱਸਣਾ ਚਾਹ ਰਿਹਾ, 163 ਆਰਟੀਕਲ ਕਿਆ ਕਹਿੰਦਾ ਹੈ ਜੀ ਕਿ ਕਾਉਂਸਲ ਆਫ ਮਿਨਿਸਟਰਸ ਹੈ, ਉਹਦੀ ਏਡ ਐਂਡ ਐਡਵਾਈਸ ਦੇ ਨਾਲ ਹੀ ਗਵਰਨਰ ਵਰਕ ਕਰ ਸਕਦਾ। ਠੀਕ ਹੈ। ਤੀਸਰੀ ਚੀਜ਼ ਸਰ, ਜਿਹੜੀ ਇਹ ਗੱਲ ਕਰ ਰਹੇ ਨਾ ਜੀ ਪ੍ਰਿੰਸੀਪਲਸ ਵਾਲੀ, ਇਹਨਾਂ ਨੇ ਕਿਤੇ ਇਹ ਚੈੱਕ ਤਾਂ ਕਰਦੇ ਨਹੀਂ। ਜਦੋਂ ਪੰਜਾਬ ਸਰਕਾਰ ਨੇ ਪ੍ਰਿੰਸੀਪਲਸ ਨੂੰ ਭੇਜਣਾ ਸੀ ਤਾਂ ਤੁਹਾਡੇ ਯਾਦ ਹੋਏਗਾ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਨੇ ਕ੍ਰਾਈਟੇਰੀਆ ਰਿਲੀਜ਼ ਕੀਤਾ ਸੀਗਾ, SERT ਸਟੇਟ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ। ਉਹਨਾਂ ਨੇ ਓਪਨ ਲੈਟਰ ਇਸ਼ੂ ਕੀਤਾ ਸੀ ਔਰ ਕਿਹਾ ਸੀ ਕਿ ਪ੍ਰਿੰਸੀਪਲ ਜਿਹੜੇ ਅਪਲਾਈ ਕਰ ਸਕਦੇ ਆ ਉਹ epunjab.school.gov.in ਤੇ ਔਰ 26 ਦਸੰਬਰ ਜਿਹੜੀ ਲਾਸਟ ਡੇਟ ਰੱਖੀ ਸੀ ਔਰ ਉਹਦੇ ਜਿਹੜਾ ਕ੍ਰਾਈਟੇਰੀਆ ਸੈੱਟ ਕੀਤਾ ਸੀ ਉਹ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਨੇ ਲੈਟਰ ਸਪੈਸ਼ਲ ਇਸ਼ੂ ਕੀਤਾ ਸੀ ਕਿ 2 ਤਰ੍ਹਾਂ ਦੇ ਉੱਥੇ ਜਾ ਸਕਦੇ ਆ ਸਕੂਲ ਪ੍ਰਿੰਸੀਪਲਸ ਜੋ ਗਵਰਨਮੈਂਟ ਸਕੂਲਸ ਦੇ ਵਿੱਚ ਹੈ, ਐਜੂਕੇਸ਼ਨਲ ਐਡਮਿਨਿਸਟ੍ਰੇਟਰ ਜੋ DEO ਜਾਂ ਡਿਪਟੀ DEO ਦੇ ਆਫਿਸ ਦੇ ਵਿੱਚ ਹੈ ਔਰ ਉਹ ਓਪਨ ਹੈ, ਸਾਰੇ ਨੈਟ ਤੇ ਹੈ, ਪੜ੍ਹਨਾ ਨਹੀਂ ਚਾਹੁੰਦੇ। ਔਰ ਉਹਦੇ ਚ ਪ੍ਰਿੰਸੀਪਲਸ ਲਈ ਕਿਹਾ ਸੀ ਘੱਟੋ ਘੱਟ 5 ਸਾਲ ਦਾ ਐਕਸਪੀਰੀਅੰਸ ਹੋਵੇ। ਸੁਣੋ ਸਰ, ਮੈਂ ਦੱਸ ਰਿਹਾ ਕਿ 5 ਸਾਲ ਦਾ ਐਕਸਪੀਰੀਅੰਸ ਹੋਵੇ, 5 ਸਾਲ ਦੀ ਹਲੇ ਹੋਰ ਬਕਾਇਆ ਹੋਵੇ ਨੌਕਰੀ। ਔਰ ਜਿਹੜੇ ਐਡਮਿਨਿਸਟ੍ਰੇਟਰਸ ਜਿਹਨਾਂ ਤੇ ਜਾ ਸਕਦੇ ਆ ਉਹਨਾਂ ਦੀ 2 ਸਾਲ ਬਕਾਇਆ ਹੋਣੀ ਚਾਹੀਦੀ ਹੈ ਔਰ ਜਿਹੜੇ PhD ਵਾਲਿਆਂ ਨੂੰ 10 ਮਾਰਕਸ ਐਕਸਟਰਾ ਔਰ ਮੈਰਿਟ ਦੇ ਆਧਾਰ ਤੇ ਸਾਰਾ ਕ੍ਰਾਈਟੇਰੀਆ ਸੈੱਟ ਕੀਤਾ ਸੀ। ਪੜ੍ਹਨਾ ਨਹੀਂ ਚਾਹੁੰਦੇ, ਦੇਖਣਾ ਨਹੀਂ ਚਾਹੁੰਦੇ, ਸਿਰਫ ਇੱਕ ਇਲਜ਼ਾਮ ਲਾਣਾ ਚਾਹੁੰਦੇ। ਕਾਰਨ ਹੈ ਕਿ ਕੇਂਦਰ ਗਵਰਨਰ ਨੂੰ ਯੂਜ਼ ਕਰਕੇ ਪੰਜਾਬ ਦੇ ਵਿੱਚ ਇੰਟਰਫੇਅਰ ਕਰਨਾ ਚਾਹੁੰਦਾ ਹੈ। ਹੁਣ ਮੈਂ ਇੱਕ ਚੀਜ਼ ਮੈਂ ਤਾਂ ਇਹ ਕਹਿ ਰਿਹਾ ਕਿ ਤੁਸੀਂ ਬਹੁਤ ਮੈਨੂੰ ਲੱਗਦਾ ਕਿ ਉਮੀਦ ਦੇ ਨਾਲ ਪੂਰੀਆਂ ਗੱਲਾਂ ਦੱਸ ਦਿੱਤੀਆਂ ਕਿ ਰਾਜਪਾਲ ਨਿਊਜ਼ 18 ਪੰਜਾਬ ਇਸ ਸਮੇਂ ਦੇਖ ਰਹੇ ਹੋਣਗੇ, ਉਹਨਾਂ ਨੂੰ ਪਤਾ ਲੱਗ ਗਿਆ। ਪੁਆਇੰਟ ਇਹੀ ਹੈ ਕਿ ਜਿਹੜੀਆਂ ਜਾਣਕਾਰੀਆਂ ਤੁਸੀਂ ਪੂਰੀ ਦਿੱਤੀਆਂ ਉਹ ਰਾਜਪਾਲ ਨੂੰ ਵੀ ਦੇ ਦਿਓ, ਗੱਲ ਹੀ ਸ਼ਾਇਦ ਖਤਮ ਹੋ ਜਾਏ। ਇਹ ਕਲੇਸ਼ ਜਿਹੜਾ ਇੰਨਾ ਖੜਾ ਹੋ ਗਿਆ, ਜਿੱਦਾਂ ਰਾਜਪਾਲ ਜੀ ਨੇ ਚਿੱਠੀ ਭੇਜੀ ਹੈ ਉਦਾਂ ਹੀ ਓਪਨਲੀ ਅਸੀਂ ਸਾਰੀ ਜਾਣਕਾਰੀ ਦਵਾਂਗੇ। ਔਰ ਜਿਹੜਾ ਜਾਣਕਾਰੀ ਲੈਣ ਦਾ ਤਰੀਕਾ ਹੈ ਨਾ ਜੀ, ਅਸੀਂ ਪਾਰਲੀਮੈਂਟ ਦੇ ਵਿੱਚ ਕੁਐਸਚਨ ਪਾਇਆ ਸੀ ਤਾਂ ਸੈਂਟਰ ਸਰਕਾਰ ਦੇ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਦੱਸਿਆ ਸੀ ਕਿੰਨੀ ਐਡਵਰਟਾਈਜ਼ਮੈਂਟ ਤੇ ਖਰਚਾ ਹੋਇਆ। ਜੇ ਕਹੋ ਮੈਂ ਉਹ ਵੀ ਅੰਕੜਾ ਦੇ ਦੇਣਾ, ਇਹ ਤਰੀਕਾ ਹੁੰਦਾ ਸਰ। ਲੇਕਿਨ ਬੈਕਡੋਰ ਐਂਟਰੀ ਜਾਂ ਪੈਰਲਰ ਗਵਰਨਮੈਂਟ ਪਹਿਲਾਂ ਇਹਨਾਂ ਨੇ ਤਾਮਿਲਨਾਡੂ ਚ ਚਲਾਉਣ ਦੀ ਕੋਸ਼ਿਸ਼ ਕੀਤੀ, ਹੁਣੇ ਪੰਜਾਬ ਚ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਰਾਜਪਾਲ ਜੀ ਦਾ ਥੋੜਾ ਵੇਟ ਕਰੋ, ਮੈਂ ਸਾਰਿਆਂ ਨੂੰ ਐਡ ਕਰ ਲਵਾਂ। ਇੱਕ ਵਾਰ ਮੈਂ ਸਾਰਿਆਂ ਨੂੰ ਐਡ ਕਰ ਲਵਾਂ। ਸਾਡੇ ਨਾਲ ਕਾਂਗਰਸ ਤੇ ਅਕਾਲੀ ਦਲ ਤੋਂ ਵੀ ਜੁੜੇ ਹੋਏ ਨੇ। ਕਲੇਰ ਸਾਹਿਬ, ਇਹ ਪੂਰੇ ਵਿਵਾਦ ਦੇ ਵਿੱਚ ਕੌਣ ਸੱਚਾ ਕੌਣ ਝੂਠਾ, ਕਿਸ ਦੇ ਅਧਿਕਾਰ ਨੇ ਜਾਂ ਕੌਣ ਸੰਵਿਧਾਨ ਦੇ ਮੁਤਾਬਿਕ ਚੱਲ ਰਿਹਾ, ਅਕਾਲੀ ਦਲ ਇਸ ਨੂੰ ਕਿਵੇਂ ਦੇਖ ਰਿਹਾ? ਤੁਹਾਨੂੰ ਲੱਗਦਾ ਕਿ ਵਾਕਈ ਹੀ ਇਹ ਦਖਲਅੰਦਾਜ਼ੀ ਨਹੀਂ ਹੈ ਗਵਰਨਰ ਦੀ, ਜਾਂ ਤੁਹਾਨੂੰ ਲੱਗਦਾ ਕਿ ਵਾਕਈ ਹੀ ਜਾਣਕਾਰੀ ਦੇ ਦੇਣੀ ਚਾਹੀਦੀ ਸੀ ਸਰਕਾਰ ਨੂੰ? ਅਕਾਲੀ ਦਲ ਨੂੰ ਕੀ ਲੱਗ ਰਿਹਾ? ਗੌਰਵ ਜੀ ਦੇਖੋ, ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸੂਬੇ ਦੇ ਵੱਧ ਅਧਿਕਾਰਾਂ ਦਾ ਮੁਦਈ ਰਿਹਾ। ਪਰ ਜੋ ਅੱਜ ਪੰਜਾਬ ਦੇ ਹਾਲਾਤ ਨੇ, ਇਹ ਸੰਵਿਧਾਨਿਕ ਸੰਕਟ ਪੰਜਾਬ ਦੇ ਵਿੱਚ ਖੜਾ ਹੋ ਗਿਆ ਕਿਉਂਕਿ ਪੰਜਾਬ ਸਰਕਾਰ ਦੇ ਜਿਹੜੇ ਸੰਵਿਧਾਨਿਕ ਮੁਖੀ ਗਵਰਨਰ, ਉਹਨਾਂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਗੰਭੀਰ ਸਵਾਲ ਚੱਕੇ ਨੇ। ਮੇਰਾ ਪਾਸੀ ਸਾਹਿਬ ਨੂੰ ਇੱਕ ਸਿੱਧਾ ਜਿਹਾ ਸਵਾਲ ਹੈ ਕਿ ਜਦੋਂ ਮੁੱਖ ਮੰਤਰੀ ਗਵਰਨਰ ਸਾਹਿਬ ਦੀ ਚਿੱਠੀ ਦਾ ਜਵਾਬ ਦੇਣ ਲੱਗਦੇ ਨੇ ਜੀ, 1 ਪੇਜ ਦੀ ਚਿੱਠੀ ਸਾਡੇ ਮੁੱਖ ਮੰਤਰੀ ਲਿਖਦੇ ਨੇ, ਪਤਾ ਨਹੀਂ ਕਿਹਦੀ ਸਲਾਹ ਦੇ ਨਾਲ ਲਿਖੀ ਹੈ,
ਤਾਂ ਉਹ ਕੱਲਾ ਪ੍ਰਿੰਸੀਪਲ ਵਾਲੇ ਮੁੱਦੇ ਨੂੰ ਹੀ ਕਿਉਂ ਹਾਈਲਾਈਟ ਕਰਨਾ ਚਾਹੁੰਦੇ? ਹੁਣ ਵੀ ਪਾਸੀ ਸਾਹਿਬ ਉਰੇ ਬੈਠੇ ਨੇ, ਕੱਲਾ ਪ੍ਰਿੰਸੀਪਲ ਵਾਲਾ ਮੁੱਦਾ ਡਿਸਕਸ ਕਰ ਰਹੇ ਨੇ। ਮੈਂ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਪੰਜਾਬ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਉਹਦੇ 'ਚ ਇੱਕ ਵੱਡਾ ਇਸ਼ੂ ਹੈ ਉਹ ਨਵਲ ਅਗਰਵਾਲ ਦਾ ਵੀ ਹੈ। ਜਿਹੜਾ ਦਿੱਲੀ ਦਾ ਕੇਜਰੀਵਾਲ ਦਾ ਨੁਮਾਇੰਦਾ ਪੰਜਾਬ ਸਰਕਾਰ ਦੀ ਮੀਟਿੰਗਾਂ 'ਚ ਬਹਿੰਦਾ ਹੈ, ਉਹਦੀ ਫੋਟੋਆਂ ਵਾਇਰਲ ਨੇ, ਤਾਂ ਗਵਰਨਰ ਸਾਹਿਬ ਨੇ ਤਾਂ ਸਿੱਧਾ ਪੁੱਛਿਆ ਕਿ ਕੀ ਇਹ ਗੈਰ ਸੰਵਿਧਾਨਿਕ ਨਹੀਂ? ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਤੁਸੀਂ ਗੋਪਨੀਯਤਾ ਦੀ ਸਹੁੰ ਚੁੱਕੀ ਹੈ, ਇਹ ਚੀਫ ਮਿਨਿਸਟਰ ਨੇ ਵੀ ਚੁੱਕੀ ਹੈ, ਮੰਤਰੀਆਂ ਨੇ ਵੀ ਚੁੱਕੀ ਹੈ, ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਉਹਨੂੰ ਮੀਟਿੰਗਾਂ ਦਾ ਪਾਰਟ ਬਣਾ ਰਹੇ ਹੋ? ਕੀ ਚੱਲ ਰਿਹਾ ਪੰਜਾਬ ਦੇ ਵਿੱਚ? ਔਰ ਦੂਜਾ ਜਿਹੜਾ ਸਵਾਲ ਹੈ ਉਹ ਐਸਸੀ ਸਕਾਲਰਸ਼ਿਪ ਨੂੰ ਲੈ ਕੇ ਹੈ। ਹੁਣ ਜਿਹੜੀ ਸਾਡੀ ਪੰਜਾਬ ਸਰਕਾਰ ਹੈ, ਦੇਖੋ ਇਹ ਇੱਕ ਗੱਲ ਕਹਿਣਾ ਚਾਹੁੰਦੀ ਹੈ ਕਿ ਜੀ ਗਵਰਨਰ ਕੋਲੇ ਤਾਂ ਕੋਈ ਅਧਿਕਾਰ ਨਹੀਂ। ਮੈਂ ਕਹਿਣਾ ਚਾਹੁੰਦਾ ਉਰੇ ਗਲਤ ਨੇ, ਪਾਸੀ ਸਾਹਿਬ ਵਕੀਲ ਨੇ। ਆਰਟੀਕਲ 167 ਗਵਰਨਰ ਨੂੰ ਐਮਪਾਵਰ ਕਰਦਾ ਹੈ ਕਿ ਉਹ ਕਿਸੇ ਵੀ ਚੀਜ਼ ਤੇ ਇਨਫੋਰਮੇਸ਼ਨ ਲੈ ਸਕਦੇ ਨੇ, ਤੇ ਗਵਰਨਰ ਬਿਲਕੁਲ ਆਪਣੀ ਉਹ ਰੂਲ ਬੁੱਕ ਦੇ ਨਾਲ ਚੱਲ ਰਹੇ ਨੇ, ਇਹਨਾਂ ਤੋਂ ਇਨਫੋਰਮੇਸ਼ਨ ਮੰਗ ਰਹੇ ਨੇ। ਤੁਸੀਂ ਇਹ ਵੀ ਕਲੀਅਰ ਕਰ ਦਿਓ, ਦੋ ਗੱਲਾਂ ਹੁੰਦੀਆਂ, ਤੁਸੀਂ ਸੰਵਿਧਾਨ ਨੂੰ ਜ਼ਿਆਦਾ ਸਮਝਦੇ ਹੋਵੋਗੇ ਮੇਰੇ ਨਾਲੋਂ ਵੀ ਕਲੀਅਰ ਜੀ, ਕਿ ਇੱਕ ਹੈ ਕਿ ਗਵਰਨਰ ਜਾਣਕਾਰੀ ਮੰਗ ਸਕਦੇ ਨੇ, ਤੇ ਦੂਜਾ ਹੈ ਕਿ ਮੁੱਖ ਮੰਤਰੀ ਜਾਂ ਸਰਕਾਰ ਦੇਣ ਦੇ ਲਈ ਪਾਬੰਦ ਹੈ ਜਾਂ ਨਹੀਂ? ਦੇਣ ਦੇ ਲਈ ਪਾਬੰਦ ਹੈ। ਔਰ ਮੈਂ ਤੁਹਾਨੂੰ ਹੋਰ ਵੀ ਦੱਸ ਦਿਆਂ, ਪਾਸੀ ਸਾਹਿਬ ਨੂੰ ਆਰਟੀਕਲ ਪੜ੍ਹਾ ਰਹੇ ਸੀ, ਪਾਸੀ ਸਾਹਿਬ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਸੀਐਮ, ਕੋਈ ਵੀ ਮਿਨਿਸਟਰ ਉਨੀ ਦੇਰ ਹੀ ਆਪਣੀ ਚੇਅਰ ਤੇ ਜਿੰਨੀ ਦੇਰ ਉਹ ਗਵਰਨਰ ਦਾ ਕੌਨਫੀਡੈਂਸ ਹੈ ਉਹਦੇ 'ਚ। ਅਗਰ ਗਵਰਨਰ ਸਾਹਿਬ ਦਾ ਕੌਨਫੀਡੈਂਸ ਸਰਕਾਰ ਦੇ ਵਿੱਚ ਨਹੀਂ ਰਿਹਾ ਤਾਂ ਇਹ ਚੇਅਰ ਤੇ ਨਹੀਂ ਰਹਿ ਸਕਦੇ। ਇਹਨਾਂ ਨੂੰ ਕਨਸਟੀਟਿਊਸ਼ਨ ਦੇ ਵੀ ਪਤਾ ਹੋਣਾ ਚਾਹੀਦਾ ਹੈ। ਫਿਰ ਤਾਂ ਇਹਨਾਂ ਨੂੰ ਇਹ ਪੁੱਛ ਲਓ ਅਜੂਰੇ ਬੈਠਿਆਂ ਨੂੰ ਕਿ ਜੇ ਦੁਨੀਆ ਨੂੰ ਨਵੀਂ ਪੜ੍ਹਾਈ ਪੜਾਉਣ ਚੱਲੇ ਨੇ, ਫਿਰ ਤਾਂ ਲੋਕਾਂ ਨੇ ਚੁਣੀ ਲਿਆ ਸੀ, ਫਿਰ ਗਵਰਨਰ ਹਾਊਸ ਸੋਥ ਲੈਣ ਕੀ ਕਰਨਗੇ? ਤੁਹਾਡੀ ਵਾਰ ਰੌਲਾ ਨਹੀਂ ਪੈਂਦਾ ਸੀ, ਨਹੀਂ ਅਕਾਲੀ ਦਲ ਦੀ ਸਰਕਾਰ ਦੀ ਸਮੇਂ ਰੌਲਾ ਨਹੀਂ ਪੈਂਦਾ ਸੀ, ਕਿਉਂਕਿ ਇਹੀ ਤਾਂ ਆਮ ਆਦਮੀ ਪਾਰਟੀ ਕਰੀ, ਕਹਿੰਦੇ ਦੇਖੋ ਪਹਿਲਾਂ ਕਦੇ ਕੋਈ ਗੱਲ ਨਹੀਂ ਹੋਈ। ਇਹ ਪਤਾ ਕਿਉਂ ਹੈ ਜੀ? ਕਿਉਂਕਿ ਉਹ ਸਰਕਾਰਾਂ ਕਰਦੀਆਂ ਸੀ ਕੰਮ, ਉਹ ਸਰਕਾਰਾਂ ਲੋਕਾਂ ਨੂੰ ਡਿਲੀਵਰ ਕਰਦੀਆਂ ਸੀ। ਜਿਹੜੀਆਂ ਸਰਕਾਰਾਂ ਨੇ ਕੰਮ ਹੀ ਕੋਈ ਨਹੀਂ ਕਰਨਾ, ਇਹਨਾਂ ਨੇ ਤਾਂ ਗਵਰਨਰ ਦੇ ਨਾਲ ਸਿੰਘ ਫਸਾ ਕੇ ਗਵਰਨਰ ਵਰਸਸ ਸਰਕਾਰ ਬਣਾਉਣਾ ਹੈ। ਤਾਂ ਅੱਜ ਮੈਂ ਸਵਾਲ ਦੇਣ ਜੀ ਪਾਸੀ ਸਾਹਿਬ ਜਵਾਬ ਦੇਣੇ ਇਸ ਗੱਲ ਦਾ। ਤੁਹਾਨੂੰ ਸਕ੍ਰਿਪਟਡ ਲੱਗਦਾ? ਨਹੀਂ, ਮੈਂ ਤਾਂ ਇਹਨਾਂ ਨੂੰ ਇੱਕ ਦੀ ਸਕ੍ਰਿਪਟਡ ਨਹੀਂ, ਮੈਂ ਤਾਂ ਇਹਨਾਂ ਨੂੰ ਸਿੱਧਾ ਸਵਾਲ ਕਰਦਾ ਕਿ ਗਵਰਨਰ ਜਿਹੜਾ ਤਾਂ ਇੱਕ ਸੰਵਿਧਾਨਿਕ ਅਹੁਦੇ ਤੇ, ਦੇਖੋ ਸੀਐਮ ਦੀ ਜਿਹੜੀ ਚਿੱਠੀ ਹੈ ਉਹ ਬਿਲੋ ਦਾ ਬੈਲਟ ਹੈ, ਉਹਦੀ ਨਿੰਦਾ ਕਰਦੇ ਇਹਨਾਂ ਨੂੰ ਵਾਪਸ ਲੈਣੀ ਚਾਹੀਦੀ, ਮਾਫੀ ਮੰਗਣੀ ਚਾਹੀਦੀ। ਜਿਹੜਾ ਤਾਂ ਸੰਵਿਧਾਨ ਮੁਤਾਬਕ ਪੰਜਾਬ ਦਾ ਹੈੱਡ ਹੈ, ਕਨਸਟੀਟਿਊਸ਼ਨ ਕਹਿੰਦਾ ਕਿ ਉਹ ਪੰਜਾਬ ਦੇ ਹੈੱਡ ਨੇ, ਇਹ ਸਾਰੇ ਚੇਅਰਮੈਨ ਸਾਰੀਆਂ ਅਪਾਇੰਟਮੈਂਟ ਉਹਨਾਂ ਤੋਂ ਕਰਵਾਉਂਦੇ ਨੇ, ਉਹ ਤਾਂ ਕਹਿੰਦੇ ਜੀ ਇਨਫੋਰਮੇਸ਼ਨ ਨਹੀਂ ਦੇਣੀ ਗੈਰ ਸੰਵਿਧਾਨਕ ਹੈ, ਸਾਨੂੰ ਅਸੀਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਆ। ਤੇ ਪੰਜਾਬ ਦੇ ਲੋਕਾਂ ਨੂੰ ਉਦੋਂ ਜਵਾਬ ਦੇਣੀ ਸੀ ਜਿੱਦਣ ਇਹਨਾਂ ਨੇ ਚੱਕ ਕੇ ਨੌਲੇਜ ਸ਼ੇਅਰਿੰਗ ਐਗਰੀਮੈਂਟ ਕਰ ਲਿਆ ਕੇਜਰੀਵਾਲ ਦੇ ਨਾਲ। ਕੇਜਰੀਵਾਲ ਪੰਜਾਬ ਦੀ ਸਰਕਾਰ 'ਚ ਸਿੱਧਾ ਦਖਲ ਦੇ ਰਿਹਾ, ਕੀ ਉਹ ਪੰਜਾਬੀਆਂ ਦੇ ਇੰਟਰਸਟ ਨਾਲ ਕਲੈਸ਼ ਨਹੀਂ? ਸੋ ਇਹ ਦੋਹਰੀ ਰਾਜਨੀਤੀ ਜਿਹੜੀ ਆਮ ਆਦਮੀ ਪਾਰਟੀ ਕਰਨਾ ਚਾਹ ਰਹੀ ਹੈ, ਇਹ ਨਾ ਕਰੇ। ਮੈਂ ਫੇਰ ਸਵਾਲ ਕਰਦਾ ਹਾਂ ਕਿ ਕੀ ਆਰਟੀਕਲ ਜਿਹੜਾ ਕਨਸਟੀਟਿਊਸ਼ਨ ਦਾ 163 164 ਅੱਗੇ ਆ ਜਾਣੇ, ਕੀ ਉਹ 'ਚ ਨਹੀਂ ਕਹਿੰਦਾ ਕਿ ਕੋਈ ਵੀ ਜਿਹੜਾ ਮਿਨਿਸਟਰ ਸੀਐਮ ਥੋੜੇ ਵੇਟ ਕਰਿਓ ਜੀ, ਜਿੰਨੀ ਦੇਰ ਗਵਰਨਰ ਦਾ ਕੌਨਫੀਡੈਂਸ ਹੈ। ਪਾਸੀ ਇਕੱਠੇ ਜਵਾਬ ਦਿਓ। ਮੈਂ ਇੱਕ ਵਾਰੀ ਕਾਂਗਰਸ ਦਾ ਵੀ ਰੁਖ ਕਰ ਲਵਾਂ। ਨਰਿੰਦਰ ਸੰਧੂ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਸੰਧੂ ਸਾਹਿਬ, ਤੁਸੀਂ ਇਸ ਪੂਰੇ ਮੈਟਰ ਨੂੰ ਕਿਵੇਂ ਦੇਖ ਰਹੇ ਹੋ? ਕਿ ਵਾਕਈ ਕਾਂਗਰਸ ਨੂੰ ਲੱਗਦਾ ਹੈ, ਮੈਂ ਜੋ ਅਕਾਲੀ ਦਲ ਦੇ ਲਈ ਕਹਿ ਰਿਹਾ ਸੀ ਉਹ ਕਾਂਗਰਸ ਦੇ ਲਈ ਵੀ ਹੈ, ਕਿ 5 ਸਾਲ ਤੁਸੀਂ ਵੀ ਸੱਤਾ ਦੇ ਵਿੱਚ ਰਹੇ ਹੋ, ਪੰਜਾਬ ਦੇ ਲੋਕ ਸਮਝ ਰਹੇ ਆ ਜਾਂ ਫਿਰ ਜਾਣਨਾ ਚਾਹੁੰਦੇ ਨੇ ਕਿ ਉਸ ਸਮੇਂ ਗਵਰਨਰ ਨੂੰ ਕਿ ਬਾਕੀ ਹਰ ਇੱਕ ਇਨਫੋਰਮੇਸ਼ਨ ਜਾ ਕੇ ਦਿੱਤੀ ਜਾਂਦੀ ਸੀ? ਜਿਹੜੇ ਅੱਜ ਬੱਚੇ ਪੜ੍ਹ ਵੀ ਰਹੇ ਨੇ ਉਹ ਇਹ ਵੀ ਜਾਣਦੇ ਨੇ ਜਾਂ ਉਹ ਇਹ ਵੀ ਪੜ੍ਹ ਰਹੇ ਨੇ ਕਿ ਬਹੁਤ ਜ਼ਿਆਦਾ ਪਾਵਰਸ ਰਾਜਪਾਲ ਦੇ ਕੋਲ ਨਹੀਂ ਹੁੰਦੀਆਂ। ਜਿਹੜੀ ਚੁਣੀ ਹੋਈ ਸਰਕਾਰ ਹੁੰਦੀ ਹੈ, ਚਾਹੇ ਸੀਐਮ ਹੋਣ ਚਾਹੇ ਪ੍ਰਧਾਨ ਮੰਤਰੀ ਹੋਣ, ਉਹਨਾਂ ਦੇ ਕੋਲ ਜ਼ਿਆਦਾ ਹੁੰਦੀਆਂ ਨੇ। ਤਾਂ ਉਹੀ ਮੁੱਖ ਮੰਤਰੀ ਕਹਿ ਰਹੇ ਨੇ ਕਿ ਅਸੀਂ ਜਵਾਬਦੇਹ ਹਾਂ ਲੋਕਾਂ ਨੂੰ, ਅਸੀਂ ਚੁਣੇ ਹੋਏ ਹਾਂ, ਅਸੀਂ ਇਲੈਕਟਡ ਹੈਗੇ ਆ, ਸਿਲੈਕਟਡ ਨਹੀਂ ਆ। ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਹੈ? ਧੰਨਵਾਦ ਗੌਰਵ ਜੀ। ਗੌਰਵ ਜੀ, ਦੇਖੋ ਗੱਲ ਇਹ ਹੈ ਵੀ ਜਦੋਂ ਇੱਕ ਰਾਜ ਦਾ ਗਵਰਨਰ ਤੇ ਇੱਕ ਰਾਜ ਦਾ ਮੁੱਖ ਮੰਤਰੀ ਆਪਸ ਦੇ ਵਿੱਚ ਸ਼ਬਦੀ ਜੰਗ 'ਚ ਉਲਝ ਜਾਣ ਤੇ ਲੋਕ ਬੜੇ ਪਰੇਸ਼ਾਨ ਹੋਣ, ਤੇ ਇੱਥੇ ਇੱਕ ਸੰਵਿਧਾਨਿਕ ਸੰਕਟ ਜਿਸ ਤਰ੍ਹਾਂ ਲੋਕ ਕਹਿ ਰਹੇ ਨੇ, ਅਖਬਾਰ ਕਹਿ ਰਹੇ ਖੜਾ ਹੋ ਜਾਣਾ, ਤੇ ਫਿਰ ਫਰਕ ਤਾਂ ਪੈਂਦਾ ਨਾ। ਦੇਖੋ ਫਰਕ ਕੀ ਪੈਂਦਾ, ਤੁਹਾਨੂੰ ਮੈਂ ਸਮਝਾਉਣਾ। ਦੇਖੋ ਇਹ ਅੱਜ ਸਾਰੇ ਜਿੰਨੇ ਐਮਐਲਏ ਸੀਗੇ ਉਹਨਾਂ ਨੂੰ ਇੱਕ ਵਰਕਸ਼ਾਪ ਲੱਗੀ ਤੇ ਸਾਡੇ ਪ੍ਰਤਾਪ ਸਿੰਘ ਬਾਜਵਾ ਵੀ ਉੱਥੇ ਗਏ। ਉਹਨਾਂ ਨੇ ਸਪੀਚ ਦਿੱਤੀ ਔਰ ਸਪਸ਼ਟ ਕਿਹਾ ਵੀ ਤੁਸੀਂ ਮੁੱਖ ਮੰਤਰੀ ਸਾਹਿਬ ਫੈਸਲੇ ਕਰ ਲਾਂਗੇ, ਥੋੜੀ ਕਾਹਲੀ ਕਰਦੇ ਹੋ, ਕਿਉਂ? ਤੁਹਾਨੂੰ ਤਜਰਬਾ ਨਹੀਂਗਾ। ਉਹਨਾਂ ਨੇ ਕਿਹਾ ਵੀ ਮੈਂ ਦੋਨੇ ਸਦਨਾਂ 'ਚ ਰਿਹਾ, ਉੱਤੇ ਥੱਲੇ ਵੀ ਰਿਹਾ, ਮੈਂ ਮੁੱਖ ਮੰਤਰੀ ਨਾਲ ਕੰਮ ਕੀਤਾ, ਮੇਰਾ ਤਜਰਬਾ ਤੁਸੀਂ ਹਾਸਲ ਕਰੋ। ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜੇ ਤੁਹਾਡੇ ਅਫਸਰ ਨੇ ਤੁਹਾਡੇ ਤੱਕ ਪੂਰੀ ਤਰ੍ਹਾਂ ਨੌਲੇਜ ਤੁਹਾਨੂੰ ਪਹੁੰਚਾਉਂਦਾ ਹੀ ਨਹੀਂ ਗਈ। ਤੁਹਾਡੇ ਜਿਹੜੇ ਤੁਸੀਂ ਥੱਲੇ ਰੱਖੇ ਨੇ ਪੋਲੀਟੀਕਲ ਸੈਕਟਰੀ ਜਾਂ ਹੋਰ ਕੋਈ ਸੈਕਟਰੀ ਰੱਖੇ, ਤੁਹਾਨੂੰ ਉਹ ਨੌਲੇਜ ਦਿੰਦਾ ਹੀ ਨਹੀਂ। ਇੱਕ ਸਾਲ ਦੇ ਵਿੱਚ 9 ਸੁਖੀ ਨੇ। ਪਾਸੀ ਸਾਹਿਬ ਇਹਨਾਂ ਦੇ ਡਿਬੇਟਰ ਨੇ, ਵਧੀਆ ਡਿਬੇਟ ਡਿਫੈਂਡ ਕਰ ਰਹੇ ਨੇ, ਪਰ ਮੈਂ ਇਹਨਾਂ ਨੂੰ ਵੀ ਦੱਸਣਾ ਚਾਹੁੰਦਾ ਤੁਹਾਡੇ ਤੱਕ ਵੀ ਕਈ ਨੌਲੇਜ ਦੀਆਂ ਗੱਲਾਂ ਨਹੀਂ ਪਹੁੰਚਾਉਂਦੇ। ਜਦੋਂ ਇੱਕ ਬੰਦਾ ਪੂਰੀ ਤਿਆਰੀ ਕਰਕੇ ਨਹੀਂ ਆਊਗਾ, ਸਪੋਕਸਮੈਨ ਤੇ ਕਿਸ ਤਰ੍ਹਾਂ ਬੋਲੂਗਾ? ਇਵੇਂ ਹੀ ਇੱਕ ਮੰਤਰੀ ਜਾਂ ਇੱਕ ਮੁੱਖ ਮੰਤਰੀ ਜਦੋਂ ਤੱਕ ਪੂਰੀ ਤਿਆਰੀ ਕਰਕੇ ਨਹੀਂ ਆਉਂਦਾ, ਉਹਨਾਂ ਨੂੰ ਕੁਝ ਪਤਾ ਨਹੀਂ। ਇੱਕ ਸਾਲ ਦੇ ਵਿੱਚ ਜਿਹੜੇ ਮੰਤਰੀਆਂ ਨੂੰ, ਜਿਹੜੇ ਅਫਸਰ ਨੇ, ਉਹ ਪੈਰ ਲੱਗਣ ਹੀ ਨਹੀਂ ਦਿੰਦੇ, ਉਹ ਦੱਸਦੇ ਹੀ ਨਹੀਂਗੇ।
ਮੈਂ ਚਾਹਨਾ ਕੋਈ ਵੀ ਜਵਾਬ ਹੋਵੇ, ਕਿਸੇ ਦੀ ਵੀ ਗੱਲ ਹੋਵੇ, ਮੁੱਖ ਮੰਤਰੀ ਤਪਾਕ ਜਿਹੀ ਉੱਤਰ ਨਾ ਦੇਣ, ਆਰਾਮ ਨਾਲ ਸੋਚਣ, ਆਰਾਮ ਨਾਲ ਸਮਝਣ ਤੇ ਫਿਰ ਜਵਾਬ ਦੇਣ। ਹੁਣ ਗੱਲ ਦੇਖੋ ਅੱਜ ਦੇ ਮੁੱਦੇ ਦੀ ਕੀ ਗੱਲ ਸੀ, ਕੋਈ ਗੱਲ ਏਡੀ ਖਾਸ ਨਹੀਂ ਸੀ। ਜੇ ਗਵਰਨਰ ਸਾਹਿਬ ਨੇ ਮੰਗ ਲਿਆ ਸੀ ਜਵਾਬ ਤੇ ਤਰੀਕੇ ਨਾਲ ਦੇ ਦਿੰਦੇ। ਹਾਲਾਂਕਿ ਉਹਨਾਂ ਨੇ ਕਿਹਾ ਵੀ ਮੈਂ ਤੁਹਾਨੂੰ ਜਿਹੜਾ ਚਾਹਲ ਸਾਹਿਬ ਦੀ ਨਿਯੁਕਤੀ ਬਾਰੇ ਕਾਫੀ ਚਿਰ ਪਹਿਲਾਂ ਦੱਸਿਆ ਸੀ, ਉਹਨਾਂ ਨੇ ਇੱਕ ਡੇਟ ਵੀ ਦੱਸੀ ਸੀ 14 ਦਸੰਬਰ 2022 ਨੂੰ ਆਈ ਥਿੰਕ ਉਹਨਾਂ ਨੇ ਪੁੱਛਿਆ ਸੀ ਤੁਸੀਂ ਜਵਾਬ ਦੇ ਦਿਓ। ਤੁਸੀਂ ਉਹਨਾਂ ਨੂੰ ਜਵਾਬ ਦੇਣ ਦੀ ਬਜਾਏ ਉਹਨਾਂ ਨੂੰ ਆਈਪੀਐਸ ਚਾਹਲ ਜਿਹੜਾ ਸੀਗੇ ਉਹਨਾਂ ਨੂੰ ਤੁਸੀਂ ਕਮਿਸ਼ਨਰ ਲਾਣ ਦਿਓ। ਮਤਲਬ ਪੰਜਾਬੀ ਚ ਕਹਿੰਦੇ ਚੜੋ ਖੱਤੀ। ਨਹੀਂ, ਆਪਾਂ ਰਾਜ ਦੀ ਬਿਹਤਰੀ ਵਾਸਤੇ ਆਏ। 92 ਐਮਐਲਏ ਤੁਸੀਂ ਜਿੱਤ ਕੇ ਆਏ ਜੇ। ਗਵਰਨਰ ਜਿਹੜੇ ਨੇ ਉਹ ਪੰਜਾਬ ਦੇ ਗਵਰਨਰ ਨੇ, ਕਿਤੇ ਅਸਾਮ ਦੇ ਗਵਰਨਰ ਥੋੜੀ ਆ, ਪੰਜਾਬ ਦੇ। ਜਿੰਨੇ ਚਿਰ ਤੱਕ ਸਾਂਝੀ ਤਾਲਮੇਲ ਨਹੀਂ ਤੁਸੀਂ ਕਰੋਗੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਏਗਾ। ਤੇ ਨਾਲ ਦੇ ਨਾਲ ਹੋਰ ਉਹਨਾਂ ਨੇ ਕਈ ਮਸਲੇ ਕਹੇ। ਮੰਨ ਲਓ ਪ੍ਰਿੰਸੀਪਲਾਂ ਦੀ ਗੱਲ ਵੀ ਅਸੀਂ ਡਿਬੇਟ 'ਚ ਕਈ ਵਾਰੀ ਪੁੱਛਿਆ, ਤੁਸੀਂ ਠੀਕ ਆ ਤੁਹਾਡਾ ਹੱਕ ਆ। ਉਹਨਾਂ ਨੇ ਪੁੱਛਿਆ ਸੀ ਵੀ ਅੱਜ ਧਾਂਦਲੀ ਲੱਗੀ, ਤੁਸੀਂ ਜਵਾਬ ਦੇ ਦਿਓ। ਐਸਟੀ ਜਿਹੜੇ ਵਜੀਫਿਆਂ ਦੇ ਬਾਰੇ ਗੱਲ ਕੀਤੀ ਸੀ, ਤੁਸੀਂ ਉਹਨਾਂ ਨੂੰ ਜਵਾਬ ਦੇ ਦਿਓ। ਜਵਾਬ ਦੇ ਤੁਹਾਡਾ ਕੀ ਹਰਜ ਹੁੰਦਾ? ਪਰ ਤੁਸੀਂ ਨਹੀਂ, ਜਿੱਥੇ ਗੱਲ ਮੈਂ ਤੇ ਮੇਰੇ ਦੀ ਆ ਜਾਏ ਉੱਥੇ ਪੰਜਾਬ ਦਾ ਥੋੜਾ ਐਡ ਕਰਵਾ ਲਵਾਂ। ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਭਲਾ ਨਹੀਂ ਹੋ ਸਕਦਾ ਹੋ ਰਿਹਾ ਜੇ ਰਾਜਪਾਲ ਵਰਸਸ ਮੁੱਖ ਮੰਤਰੀ ਹੋ ਰਹੀ ਹੈ ਸਥਿਤੀ, ਸੰਵਿਧਾਨਿਕ ਸੰਕਟ ਵਰਗੀ ਗੱਲਾਂ ਕਰ ਰਹੇ ਆ ਲੋਕ, ਕੀ ਨੁਕਸਾਨ ਹੋ ਰਿਹਾ ਸਰ ਪੰਜਾਬ ਦਾ? ਸਰ ਬਿਲਕੁਲ ਸਾਨੂੰ ਗੌਰਵ ਜੀ ਦੇਖੋ, ਸਾਨੂੰ ਇਸ ਵਿਸ਼ੇ ਤੇ ਡਿਬੇਟ ਕਰਨੀ ਨਹੀਂ ਸੀ ਚਾਹੀਦੀ। ਸਾਨੂੰ, ਮੈਂ ਹਰ ਡਿਬੇਟ ਤੇ ਕਰਨਾ, ਸਾਨੂੰ ਪ੍ਰੋਗਰੈਸਿਵ ਡਿਬੇਟ ਕਰਨੀ ਚਾਹੀਦੀ ਹੈ। ਸਾਨੂੰ ਪੰਜਾਬ ਦੀ ਬਿਹਤਰੀ ਤੇ ਡਿਬੇਟ ਕਰਨੀ ਚਾਹੀਦੀ। ਅੱਜ ਕਿਹਾ ਸਾਡੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਅਸੀਂ ਵਿਪਕਸ਼ ਆਏ, ਸਾਨੂੰ ਅੱਛਾ ਹੈ। ਜਿੰਨਾ ਚਿਰ ਤੱਕ ਜਿਹੜਾ ਬੰਦਾ ਸੱਤਾ 'ਚ ਰਹਿੰਦਾ, ਜਿੰਨਾ ਚਿਰ ਤੋਂ ਵਿਪਕਸ਼ ਨਹੀਂ ਜਾਂਦਾ, ਉਹਨੂੰ ਕੁਝ ਪਤਾ ਹੀ ਨਹੀਂ ਲੱਗ ਸਕਦਾ। ਅਸੀਂ ਵਿਪਕਸ਼ਾ ਤੁਹਾਨੂੰ ਸ਼ੀਸ਼ਾ ਵਿਖਾਵਾਂਗੇ। ਅਸੀਂ ਨਾਲ ਹੀ ਨਾਲ, ਸਾਡੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ, ਅਸੀਂ ਹਰਦਮ ਹਰ ਪਲ ਤੁਹਾਡੇ ਨਾਲ ਖੜੇ ਆ। ਸ਼ਾਬਾਸ਼ ਇਹੋ ਜਿਹੇ ਵਿਪਕਸ਼ ਵਾਲੇ ਨੇਤਾ ਦੇ। ਰਾਜਾ ਵੜਿੰਗ ਜੀ ਨੇ ਵੀ ਇਹੋ ਹੀ ਗੱਲ ਕਹੀ ਸੀ। ਪਰ ਇਹ ਜਿਹੜੀ ਕੱਟੜ ਇਮਾਨਦਾਰ ਸਰਕਾਰ ਆ, ਇਹ ਸਾਨੂੰ ਕਹਿੰਦੀ ਹੁੰਦੀ ਸੀ, ਇਹ ਕਹਿੰਦੀ ਸੀ ਸਾਨੂੰ ਤੁਹਾਨੂੰ ਪਿੰਡਾਂ 'ਚ ਪੁੱਛ ਕੇ ਚੱਲਾਂਗੇ, ਲੋਕਾਂ ਕੋਲ ਪੁੱਛ ਕੇ ਚੱਲਾਂਗੇ। ਅੱਜ ਅਸੀਂ ਜੇ ਇਹਨਾਂ ਨੂੰ ਕਹਿੰਦੇ ਸਾਡੇ ਕੋਲ ਪੁੱਛ ਲਓ, ਇਹ ਪਤਾ ਕੀ ਕਹਿੰਦੇ ਨੇ? ਸਾਨੂੰ ਤੁਹਾਡੀ ਲੋੜ ਆ? ਸਾਨੂੰ ਤੇ ਲੋੜ ਹੀ ਨਹੀਂ, ਸਾਨੂੰ ਤੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਅੱਜ ਇਹਨਾਂ ਦੇ 40-40 ਗੱਡੀਆਂ ਦੇ ਕਾਫਲੇ ਚੱਲਦੇ ਨੇ, ਇਹਨਾਂ ਦੇ ਪਰਿਵਾਰਾਂ ਦੇ ਨਾਲ ਕਾਫਲੇ ਚੱਲਣ ਲੱਗ ਪਏ। ਬਦਲਾਅ ਤੇ ਨਹੀਂ ਨਾ ਕੋਈ ਹੋਇਆ। ਤੁਸੀਂ ਲਿਆਂਦੇ, ਮੈਂ ਤੁਹਾਡੀ ਐਪਰੀਸ਼ੀਏਟ ਕਰਦਾ, ਮੈਂ ਕਾਂਗਰਸ ਦਾ ਸਪੋਕਸਪਰਸਨ, ਮੈਂ ਤੁਹਾਡੀ ਪ੍ਰੇਜ਼ ਕਰਦਾ ਜੇ ਤੁਸੀਂ ਕੋਈ ਚੰਗਾ ਕੰਮ ਕੀਤਾ ਹੁੰਦਾ। ਤੇ ਅੱਜ ਪਾਸੀ ਸਾਹਿਬ ਵੀ ਕੁੱਦ ਕੇ ਬੋਲ ਰਹੇ ਨੇ। ਪਾਸੀ ਸਾਹਿਬ ਨਹੀਂ, ਦੇਖੋ ਟੀਮ ਆ, ਤੁਸੀਂ ਸਰਕਾਰ ਜੇ, ਅਸੀਂ ਆਪੋਜੀਸ਼ਨ 'ਚ ਆ। ਇਵੇਂ ਹੀ ਬਨਵਾਰੀ ਲਾਲ ਪ੍ਰੋਹੀ ਜੀ ਗਵਰਨਰ ਨੇ ਤੇ ਤੁਸੀਂ ਸਰਕਾਰ ਹੋ। ਜਿੰਨਾ ਚਿਰ ਤੱਕ ਦੋਵੇਂ ਟਾਇਰ ਬੈਲੈਂਸ ਹੋ ਕੇ ਨਹੀਂ ਚੱਲਣਗੇ, ਗੱਡੀ ਬੰਪ ਕਰੂਗੀ। ਜੇ ਗੱਡੀ ਬੰਪ ਕਰੂਗੀ ਤੇ ਵਿੱਚ ਬੈਠੇ ਹੋਏ ਸਵਾਰੀਆਂ ਜਿਹੜੇ ਪੰਜਾਬ ਦੇ ਲੋਕ ਨੇ, ਇਹਨਾਂ ਨੂੰ ਮਜ਼ਾ ਨਹੀਂ ਆਏਗਾ। ਇਸ ਕਰਕੇ ਟਾਇਰ ਬਰਾਬਰ ਚਲਾਓ। ਠੀਕ ਹੈ, ਬਿਲਕੁਲ ਸੰਧੂ ਜੀ। ਸੰਧੂ ਸਾਹਿਬ ਬਹੁਤ ਵੈਲਿਡ ਪੁਆਇੰਟਸ ਨੇ ਤੁਹਾਡੇ, ਔਰ ਉਮੀਦ ਕਰਦੇ ਹਾਂ ਕਿ ਚਰਚਾ ਵੀ ਇਸ ਤਰੀਕੇ ਨਾਲ ਹੋਵੇ। ਔਰ ਜਦੋਂ ਗੱਲ ਚਿੱਠੀਆਂ ਤੇ ਜਵਾਬ ਦੇਣ ਦੀ ਹੁੰਦੀ ਹੈ ਤਾਂ ਉੱਥੇ ਵੀ ਕਦਮ, ਚਾਹੇ ਉਹ ਸਰਕਾਰ ਵਾਲੇ ਪਾਸੇ ਤੋਂ, ਚਾਹੇ ਰਾਜਪਾਲ ਵਾਲੇ ਸਾਹਿਬ ਦੇ ਪਾਸੇ ਤੋਂ ਹੋਵੇ, ਗੱਲ ਕੁਝ ਇਸ ਤਰੀਕੇ ਨਾਲ ਹੀ ਹੋਵੇ। ਪਾਸੀ ਸਾਹਿਬ ਥੋੜਾ ਜਿਹਾ ਜਵਾਬ ਦੇ ਦਿਓ। ਸਰੀਨ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ। ਪਾਸੀ ਜੀ ਦੇਖੋ, ਜਿੱਦਾਂ ਕਾਂਗਰਸ ਦੇ ਸਾਡੇ ਬੁਲਾਰਿਆਂ ਨੇ ਕਿਹਾ ਕਿ ਅੱਜ ਪ੍ਰਤਾਪ ਬਾਜਵਾ ਜੀ ਬੋਲੇ ਆ, ਤਾਂ ਤੁਸੀਂ ਦੇਖੋ ਕਿ ਵਿਪਕਸ਼ ਨੂੰ ਪੂਰਾ ਟਾਈਮ ਦਿੱਤਾ। ਇਹੀ ਲੋਕਤੰਤਰ ਦੀ ਖੂਬਸੂਰਤੀ ਹੈ। ਲੇਕਿਨ ਇੱਥੇ ਹੋ ਕੇ ਆ ਰਿਹਾ ਇੱਕ ਨਾ, ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ ਜਿਹੜੀ ਗਵਰਨਰ ਸਾਹਿਬ ਦੀ ਜਿਹੜੀ ਇਬਾਰਤ ਹੈ ਨਾ, ਲਿਖਤ ਹੈ ਜੀ, ਉਹਦੀ ਬਜਾਏ ਉਹਦੀ ਭਾਵਨਾ ਦੇਖੋ। ਉਹਦੇ ਪਿੱਛੇ ਭਾਵਨਾ ਕਿਹੜੀ ਆ ਔਰ ਟਾਈਮਿੰਗ ਕੀ ਹੈ? ਟਾਈਮਿੰਗ ਕੀ ਹੈ? ਜਦੋਂ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਅਡਾਨੀ ਦਾ ਮੁੱਦਾ ਹੈ। ਅਡਾਨੀ ਦੇ ਕਾਰਨ ਇਕਨੋਮੀ ਨੂੰ ਨੁਕਸਾਨ ਹੋਇਆ, LIC ਨੂੰ ਨੁਕਸਾਨ ਹੋਇਆ, SBI ਨੂੰ ਨੁਕਸਾਨ ਹੋਇਆ। ਕਿੱਡਾ ਵੱਡਾ ਫਰਾਡ ਹਿੰਡਨਬਰਗ ਨੇ ਹਿੰਟ ਆਊਟ ਕੀਤਾ ਹੈ। ਜਦੋਂ ਉਹਦੇ ਉੱਤੇ ਆਵਾਜ਼ ਚੱਕੀ ਜਾ ਰਹੀ ਹੈ, ਜਦੋਂ ਐਤਵਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਚੰਡੀਗੜ੍ਹ ਦੇ ਵਿੱਚ ਡੈਮੋਨਸਟ੍ਰੇਸ਼ਨ ਕਰਦੀ ਹੈ, ਤਾਂ ਸੋਮਵਾਰ ਨੂੰ ਹੀ ਗਵਰਨਰ ਸਾਹਿਬ ਚਿੱਠੀ ਜਾਰੀ ਕਰਦੇ ਆ। ਪਹਿਲੀ ਚੀਜ਼। ਦੂਸਰੀ ਚੀਜ਼, ਅਗਰ ਸੰਵਿਧਾਨ ਦੀ ਗੱਲ ਕਰਦੇ ਆ, BR ਅੰਬੇਦਕਰ ਦਾ ਮੈਂ ਇੱਕ ਲਾਈਨ, BR ਅੰਬੇਦਕਰ ਜੀ ਜਿਹੜੇ ਸਾਡੇ ਸੰਵਿਧਾਨ ਨਿਰਮਾਤਾ, ਸਾਡੇ ਲਈ ਬਹੁਤ ਮਾਨਯੋਗ ਹੈ, ਉਹਨਾਂ ਦੀ ਇੱਕ ਕੋਟ ਸੀਗੀ, ਦ ਗਵਰਨਰ ਅੰਡਰ ਦੀ ਕਨਸਟੀਟਿਊਸ਼ਨ ਹੈਜ਼ ਨੋ ਫੰਕਸ਼ਨਸ ਵਿਚ ਹੀ ਕੈਨ ਡਿਸਚਾਰਜ ਬਾਈ ਹਿਮਸੈਲਫ, ਨੋ ਫੰਕਸ਼ਨਸ ਐਟ ਆਲ। ਪਹਿਲੀ ਚੀਜ਼। ਦੂਜਾ, ਆਰਟੀਕਲ 163 ਕਿਆ ਕਹਿੰਦਾ ਕਿ ਇਟ ਇਜ਼ ਦ ਕਾਉਂਸਲ ਆਫ ਮਿਨਿਸਟਰਸ। ਤੀਸਰੀ ਚੀਜ਼, ਮੈਂ ਇਹ ਸੰਵਿਧਾਨ ਮੈਂ ਨਾਲ ਹੀ ਕਨਸਟੀਟਿਊਸ਼ਨ ਰੱਖਿਆ, ਰਾਮ ਜਵਈਆ ਕਪੂਰ ਵਰਸਸ ਸਟੇਟ ਆਫ ਪੰਜਾਬ ਦੇ ਵਿੱਚ ਪ੍ਰੈਜ਼ੀਡੈਂਟ ਐਂਡ ਗਵਰਨਰਸ ਆਰ ਕਨਸਟੀਟਿਊਸ਼ਨਲ ਐਂਡ ਦ ਰੀਅਲ ਐਗਜ਼ੀਕਿਊਟਿਵ ਪਾਵਰਸ ਆਰ ਵੈਸਟਡ ਇਨ ਦੀ ਕਾਉਂਸਲ ਆਫ ਮਿਨਿਸਟਰਸ। ਕਿ ਅਸਲੀ ਤਾਕਤ ਚੀਫ ਮਿਨਿਸਟਰ ਔਰ ਕਾਉਂਸਲ ਆਫ ਮਿਨਿਸਟਰਸ ਦੇ ਵਿੱਚ ਹੈ, ਜਿਹੜੀ ਸੰਵਿਧਾਨ ਦੇ ਮੁਤਾਬਕ ਪਾਵਰਾਂ ਹੈ। ਤੀਸਰੀ ਚੀਜ਼, ਸ਼ਮਸ਼ੇਰ ਸਿੰਘ ਵਰਸਸ ਸਟੇਟ ਆਫ ਪੰਜਾਬ। ਚੌਥੀ ਚੀਜ਼, ਮਈਅਲੂ HP ਵਰਸਸ ਸਟੇਟ ਆਫ ਮਿਜ਼ੋਰਮ। ਕੇਰਲਾ ਹਾਈ ਕੋਰਟ ਦਾ ਮੈਂ ਤੁਹਾਨੂੰ ਫੈਸਲਾ ਸੁਣਾਉਂਦਾ, ਸੁਨੀਲ ਸੀ ਕੁਰੀਅਨ ਵਰਸਸ ਯੂਨੀਅਨ ਆਫ ਇੰਡੀਆ। ਉਹਦੇ ਚ ਸੁਪਰੀਮ ਕੋਰਟ ਨੇ ਕੀ ਕਿਹਾ
ਕਿ ਗਵਰਨਰ ਜਿਹੜੇ ਹੈ ਉਹ ਐਕਟ ਐਂਡ ਐਡਵਾਈਸ ਜਿਹੜੀ ਆ ਕਾਉਂਸਲ ਆਫ ਮਿਨਿਸਟਰਸ ਦੀ ਹੋਏਗੀ। ਦੇਖੋ ਜਦੋਂ ਕੋਈ ਸਰਕਾਰ ਨਹੀਂ ਚੁਣੀ ਜਾਂਦੀ ਗਵਰਨਰ ਕੋਲੇ ਪਾਵਰਸ ਹੁੰਦੀਆਂ, ਜਿੱਦਾਂ ਹੀ ਚੀਫ ਮਿਨਿਸਟਰ ਚੁਣ ਲਿਆ ਤਾਂ ਚੀਫ ਮਿਨਿਸਟਰ ਐਂਡ ਜਿਹੜੀ ਕਾਉਂਸਲ ਆਫ ਮਿਨਿਸਟਰਸ ਹੈ ਉਹ ਪਾਵਰਾਂ ਐਕਟ ਅਪਾਉਨ ਕਰਦੇ ਆ ਔਰ ਉਹ ਲੈਜਿਸਲੇਚਰ ਦੇ ਪ੍ਰਤੀ ਜਵਾਬਦੇਹ ਹੁੰਦੇ ਆ। ਲੇਕਿਨ ਗਵਰਨਰ ਸਾਹਿਬ, ਮੈਨੂੰ ਇਹ ਕਹਿਣ ਚ ਕੋਈ ਹਰਜ ਨਹੀਂ ਹੈ, ਸਾਡੇ ਲਈ ਗਵਰਨਰ ਦੀ ਪੋਸਟ ਇੱਕ ਕਨਸਟੀਟਿਊਸ਼ਨਲ ਪੋਸਟ ਹੈ, ਅਸੀਂ ਉਹਦੀ ਆਦਰ ਕਰਦੇ ਆ, ਪਰ ਗਵਰਨਰ ਸਾਹਿਬ ਨੂੰ ਪੋਲਿਟਿਕਸ ਨਹੀਂ ਕਰਨੀ ਚਾਹੀਦੀ। ਗਵਰਨਰ ਸਾਹਿਬ ਨੂੰ ਜਿਹੜੀ ਅਪਾਇੰਟਮੈਂਟ ਹੁੰਦੀ ਹੈ, ਤੁਹਾਨੂੰ ਪਤਾ ਉਹਦੀ ਟੈਨਿਓਰ ਕੀ ਹੁੰਦੀ ਹੈ? ਤੁਹਾਡਾ ਪੁਆਇੰਟ ਆ ਗਿਆ ਟੈਨਿਓਰ ਨਹੀਂ, ਰਾਸ਼ਟਰਪਤੀ ਜਦੋਂ ਚਾਹੇ ਹਟਾ ਕੇ ਦੂਜੇ ਸਟੇਟ ਭੇਜ ਸਕਦੇ ਆ, ਲੇਕਿਨ ਚੀਫ ਮਿਨਿਸਟਰ ਸਾਹਿਬ ਤਾਂ ਅਕਾਊਂਟੇਬਲ ਹੈ ਨਾ ਜੀ। ਮੈਂ ਸਰ ਪੁਆਇੰਟ ਦੇ ਉੱਤੇ ਆ ਰਿਹਾ, ਤੁਸੀਂ ਆਰਟੀਕਲ 163 ਦਾ ਜ਼ਿਕਰ ਕਰ ਰਹੇ ਹੋ, ਰਾਜਪਾਲ ਆਰਟੀਕਲ 167 ਦਾ ਜ਼ਿਕਰ ਕਰ ਰਹੇ ਨੇ। ਲੋਕ ਵੀ ਉਲਝੇ ਹੋਣਗੇ ਕਿ ਹੁਣ 163 ਵਾਲਾ ਆਰਟੀਕਲ ਦੇ ਮੁਤਾਬਿਕ ਸਹੀ ਹੋ ਰਿਹਾ ਜਾਂ ਆਰਟੀਕਲ 167 ਦੇ ਮੁਤਾਬਿਕ ਸਹੀ ਹੋ ਰਿਹਾ ਹੈ, ਉਹ ਥੋੜੀ ਜਿਹੀ ਕਨਫਿਊਜ਼ਨ ਹੈ। ਮੈਂ ਕਲੇਰ ਸਾਹਿਬ ਤੁਹਾਡੇ ਕੋਲ ਆਉਂਗਾ, ਪਰ ਪਹਿਲਾਂ ਸਰੀਨ ਜੀ ਦਾ ਰੁਖ। ਸਰੀਨ ਸਾਹਿਬ, ਬਹੁਤ ਸਾਰੇ ਸਵਾਲ ਨੇ ਔਰ ਇਨਫੈਕਟ ਕੁਝ ਜਜਮੈਂਟਸ ਦਾ ਵੀ ਜ਼ਿਕਰ ਕਰ ਦਿੱਤਾ ਪਾਸੀ ਜੀ ਨੇ। ਮੈਂ ਉਹੀ ਕਹਿ ਰਿਹਾ, ਜਿੰਨੀਆਂ ਵੀ ਇਹ ਜਜਮੈਂਟਸ ਮੇਰੇ ਵਕੀਲ ਭਰਾ ਨੇ ਪਾਸੀ ਸਾਹਿਬ, these are totally irrelevant as far as this matter is concerned. ਐਗਜ਼ੀਕਿਊਟਿਵ ਪਾਵਰਸ ਚੀਫ ਮਿਨਿਸਟਰ ਕੋਲ ਹੈਗੀ ਨੇ, ਕਿੰਨੇ ਚੈਲੰਜ ਕੀਤਾ ਇਹਨਾਂ ਨੂੰ? ਕਿਸੇ ਨੇ ਨਹੀਂ ਚੈਲੰਜ ਨਹੀਂ ਕੀਤਾ। 163 ਚ ਜਿਹੜੀਆਂ ਪਾਵਰਾਂ ਹੈਗੀਆਂ ਉਹਨੂੰ ਤਾਂ ਕਿਸੇ ਕੋਈ ਚੈਲੰਜ ਕਰ ਹੀ ਨਹੀਂ ਰਿਹਾ। ਸਰਕਾਰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਹੀ ਚਲਾ ਰਹੇ ਨੇ, ਹੋਰ ਤੇ ਕੋਈ ਨਹੀਂ ਚਲਾ ਰਿਹਾ। ਤੁਸੀਂ ਪੈਰਲਲ ਗਵਰਨਮੈਂਟ ਚਲਾ ਰਹੇ ਹੋ, ਇਹ ਇਲਜ਼ਾਮ ਨੇ। ਇੱਕ ਮਿੰਟ ਪੈਰਲਲ ਗਵਰਨਮੈਂਟ ਕਿਹਨੂੰ ਕਹਿੰਦੇ ਆਪਾਂ? ਮੈਨੂੰ ਦੱਸੋ ਇੱਕ ਇੰਸਟੈਂਸ ਦੱਸ ਦੇ ਜਿੱਥੇ ਉਹਨਾਂ ਨੇ ਆਪਣੇ ਆਪ ਜਿਹੜੀ ਹੈਗੀਆਂ ਨੇ ਪੈਰਲਲ ਗਵਰਨਮੈਂਟ ਕਿਹਨੂੰ ਕਹਾਂਗੇ? ਜੇ ਪਾਲਿਸੀ ਡਿਸੀਜਨਸ ਗਵਰਨਰ ਲੈਣ ਲੱਗ ਪੈਣ। ਇਸ਼ੂ 163 ਦੇ ਵਿੱਚ ਕੀ ਹੈ? ਪਾਲਿਸੀ ਡਿਸੀਜਨਸ, ਐਡਮਿਨਿਸਟ੍ਰੇਟਿਵ ਡਿਸੀਜਨਸ ਜਿਹੜੇ ਹੈਗੇ ਨੇ ਉਹ ਚੀਫ ਮਿਨਿਸਟਰ ਨੇ ਲੈਣੇ ਆ। 167 ਤੇ ਕਿਉਂ ਚੁੱਪ ਆ ਕੇ ਇਹਨਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ? ਕਿਉਂ ਚੁੱਪ ਕਰ ਜਾਂਦੇ 167 ਦੇ ਉੱਤੇ ਆ ਕੇ? 167 ਦਾ ਇੱਕ ਵਾਰੀ ਵੀ ਜ਼ਿਕਰ ਨਹੀਂ ਕੀਤਾ। ਕਿਉਂ? ਤੁਸੀਂ ਕਹਿੰਦੇ ਹੋ 167 ਦੇ ਮੁਤਾਬਿਕ ਪਾਬੰਦ ਨੇ ਸੀਐਮ ਉਹਨਾਂ ਨੂੰ ਦੇਣੀ ਪਏਗੀ ਜਾਣਕਾਰੀ 167 ਦੇ ਮੁਤਾਬਿਕ। 167 ਦੇ ਮੁਤਾਬਿਕ ਸੀਐਮ ਇਜ਼ ਬਾਉਂਡ ਟੂ ਪ੍ਰੋਵਾਈਡ ਇਨਫੋਰਮੇਸ਼ਨ ਟੂ ਦ ਗਵਰਨਰ whatever he asks। ਮੈਨੂੰ ਫਿਰ ਗੌਰਵ ਸਭ ਤੋਂ ਮਨ ਭੱਗੀ ਬਾਤ ਪਤਾ ਕੀ ਹੈਗੀ ਹੈ? ਕਿਉਂ ਕੌੜੇ ਸ਼ਬਦ ਸਾਨੂੰ ਇਸ ਸਰਕਾਰ ਵਾਸਤੇ ਵਰਤਨੇ ਪੈ ਰਹੇ ਨੇ ਕਿ ਬਿਨਾਂ ਗੱਲ ਦੇ ਉੱਤੇ ਇੱਕ ਬਵਾਲ ਖੜਾ ਕਰ ਦਿੱਤਾ। ਤੁਹਾਡੇ ਕੋਲ ਇਨਫੋਰਮੇਸ਼ਨ ਮੰਗੀ, he is well within constitutional rights, governor is well within constitutional rights to ask for the information। ਤੁਸੀਂ ਉਹ ਇਨਫੋਰਮੇਸ਼ਨ ਸਪਲਾਈ ਕਰ ਦਿਓ। ਤੁਸੀਂ ਜਿਹੜੇ ਕਹਿ ਰਹੇ ਹੋ ਨਾ ਕਿ ਅਸੀਂ ਆਹ ਕ੍ਰਾਈਟੇਰੀਆ ਕੀਤਾ ਜੀ, ਅਸੀਂ ਆਹ ਕੀਤਾ, ਤੋ ਗਵਰਨਰ ਸਾਹਿਬ ਨੂੰ ਦੱਸ ਦਿਓ ਜੀ ਆਹ ਕ੍ਰਾਈਟੇਰੀਆ ਫੋਲੋ ਕੀਤਾ ਜੀ, that matter is there only। ਇਹ ਸਾਰੀ ਕੰਟਰੋਵਰਸੀ ਹੋਣੀ ਨਹੀਂ ਸੀਗੀ ਸਿਰਫ ਇਸ ਕਰਕੇ ਕਿ ਅਸੀਂ ਕੋਈ ਨਾ ਕੋਈ ਸਿਆਪਾ ਪਾ ਕੇ ਰੱਖਣਾ ਪੰਜਾਬ 'ਚ, ਕੋਈ ਨਾ ਕੋਈ ਕਲੇਸ਼ ਪਾ ਕੇ ਰੱਖਣਾ ਹੈ ਤਾਂ ਕਿ ਲੋਕਾਂ ਦਾ ਧਿਆਨ ਸਾਡੇ ਵੱਲ ਨਾ ਜਾਵੇ। ਨਹੀਂ ਕਹਿੰਦੇ ਧਿਆਨ ਦੂਜੇ ਪਾਸੇ ਲੈ ਕੇ ਜਾਣ ਦੇ ਲਈ ਹੈ। ਚਲੋ ਮੈਂ ਪੋਲੀਟੀਕਲ ਨਹੀਂ ਕਰਨਾ ਚਾਹ ਰਿਹਾ ਡਿਬੇਟ ਨੂੰ, ਪਰ ਉਹ ਕਹਿ ਰਹੇ ਕਿ ਅਸੀਂ ਪ੍ਰੋਟੈਸਟ ਕੀਤਾ ਅਡਾਨੀ ਮਾਮਲੇ ਤੇ, ਦੇਖੋ ਉਸੇ ਸ਼ਾਮ ਚਿੱਠੀ ਭੇਜਤੀ। ਨਹੀਂ ਪੂਰਾ ਡਾਇਵਰਟ ਕਰ ਰਹੇ ਹੋ ਤੁਸੀਂ ਪੂਰੇ ਮਸਲੇ ਨੂੰ। ਮੈਂ ਥੋੜਾ ਛੋਟਾ ਜਵਾਬ ਰੱਖਿਓ, ਪੋਲੀਟੀਸਾਈਜ਼ ਆਪਾਂ ਨਾ ਕਰੀਏ, ਫਿਰ ਹੋਰ ਇੱਕ ਪਾਸੇ ਚਲੇ ਜਾਂਦੀ ਹੈ ਗੱਲ। ਠੀਕ ਹੈ, ਪੋਲਿਟਿਕਸ ਵਾਲੀ ਜੇ ਗੱਲ ਕਰਨੀ ਤੇ ਮੈਂ ਬਹੁਤ ਕੁਝ ਇਹਨਾਂ ਨੂੰ ਦੱਸ ਦਿੰਦਾ। ਸਵਾਲ ਇਹ ਹੈ, ਉਹਨਾਂ ਨੇ ਤੇ ਬਕਾਇਦਾ ਚਿੱਠੀਆਂ ਤਾਂ ਮੈਨੂੰ ਦੱਸੋ 7ਵੇਂ ਮਹੀਨੇ 22 ਦੀ ਚਿੱਠੀ ਆਈ ਹੋਈ ਹੈ ਇਹਨਾਂ ਕੋਲੇ। ਉਹ ਕੱਲ ਤਾਂ ਨਹੀਂ ਡੈਮੋਨਸਟ੍ਰੇਸ਼ਨ ਦੇ ਬਾਅਦ ਲਿਖੀ ਉਹਨਾਂ ਨੇ। 21/7/2022 ਨੂੰ ਪੁੱਛਿਆ ਕਿ 2 ਲੱਖ ਬੱਚੇ ਸ਼ਡਿਊਲ ਕਾਸਟ ਬੱਚਿਆਂ ਨੂੰ ਜਿਹੜਾ ਸਕਾਲਰਸ਼ਿਪ ਨਹੀਂ ਮਿਲ ਰਹੀ ਪੋਸਟ ਮੈਟ੍ਰਿਕ, ਉਹਦਾ ਜਵਾਬ ਕਿਆ ਸਰਕਾਰ ਦੀ ਦੇਣੀ ਜ਼ਿੰਮੇਵਾਰੀ ਨਹੀਂ ਬਣਦੀ? ਠੀਕ ਹੈ ਸਹੀ ਸਾਹਿਬ, ਬਿਲਕੁਲ ਤੁਹਾਡਾ ਪੁਆਇੰਟ ਵੈਲਿਡ ਆ। ਬਹੁਤ ਸਾਰੀਆਂ ਗੱਲਾਂ ਆਪਾਂ ਲਗਾਤਾਰ ਉਸ ਦੇ ਉੱਪਰ ਜ਼ਿਕਰ ਕਰ ਰਹੇ ਹਾਂ। ਸਿਰਫ ਆਮ ਆਦਮੀ ਪਾਰਟੀ ਕਰ ਰਹੀ ਹੈ ਬਜਾਏ ਇਹਦੇ। ਮੇਰਾ ਹੁਣ ਵੀ ਬੇਨਤੀ ਹੈ ਪਾਸੀ ਸਾਹਿਬ ਸਿਆਣੇ ਨੇ ਕਿ ਆਪਣੇ ਮੁੱਖ ਮੰਤਰੀ ਨੂੰ ਜਾ ਕੇ ਸਲਾਹ ਦੇਣ ਕਿ 167 ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਦੇਣੀ ਹੀ ਪੈਣੀ ਹੈ। ਠੀਕ ਹੈ, ਚਲੋ ਇਨਫੋਰਮੇਸ਼ਨ ਦੇ ਕੇ ਮੈਂ ਪਾਸੀ ਤੋਂ ਜਵਾਬ ਲਵਾਂਗਾ, ਪਰ ਪਹਿਲਾਂ ਕਲੇਰ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਪਾਸੀ ਇਕੱਠੇ ਜਵਾਬ ਦਿਓ, ਕਲੇਰ ਜੀ ਕੁਝ ਐਡ ਕਰਨਾ ਚਾਹ ਰਹੇ। ਦੇਖੋ ਪਾਸੀ ਸਾਹਿਬ ਵਕੀਲ ਨੇ, ਮੈਂ ਫੇਰ ਦੁਬਾਰਾ ਇਹਨਾਂ ਨੂੰ ਕਹਿਣਾ ਕਿ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਇਹਦੇ ਚ ਰੈਲੇਵੈਂਟ ਸੈਕਸ਼ਨ 167 ਹੀ ਹੈ, ਕਿਉਂਕਿ ਉਹ ਜਿਹੜਾ ਸੈਕਸ਼ਨ ਹੈ ਉਹ ਦੱਸਦਾ ਹੈ ਕਿ ਡਿਊਟੀਜ਼ ਆਫ ਚੀਫ ਮਿਨਿਸਟਰ ਕੀ ਨੇ। 167 ਕਹਿੰਦਾ ਹੈ ਕਿ ਇੱਕ ਚੀਫ ਮਿਨਿਸਟਰ ਬਾਉਂਡ ਹੈ ਗਵਰਨਰ ਨੂੰ ਦੱਸਣ ਦੇ ਲਈ ਜੋ ਡਿਸੀਜਨਸ ਐਡਮਿਨਿਸਟ੍ਰੇਟਿਵ ਤੌਰ ਤੇ ਉਹ ਲੈ ਰਹੇ ਨੇ, ਤੇ ਇੱਕ ਚੀਫ ਮਿਨਿਸਟਰ ਬਾਉਂਡ ਹੈ ਇੱਕ ਗਵਰਨਰ ਨੂੰ ਦੱਸਣ ਦੇ ਲਈ ਜੋ ਵੀ ਇਨਫੋਰਮੇਸ਼ਨ ਗਵਰਨਰ ਚੀਫ ਮਿਨਿਸਟਰ ਤੋਂ ਚਾਹੁੰਦੇ ਨੇ। ਇਹ ਮੈਨੂੰ ਇੱਕ ਵੀ ਸੈਕਸ਼ਨ ਕਨਸਟੀਟਿਊਸ਼ਨ 'ਚ ਦਿਖਾ ਦੇਣ ਜਿੱਥੇ ਲਿਖਿਆ ਹੋਵੇ ਕਿ ਜਿਹੜਾ ਚੀਫ ਮਿਨਿਸਟਰ ਹੈ ਉਹ ਬਾਉਂਡ ਹੀ ਨਹੀਂ ਹੈਗਾ, ਗਵਰਨਰ ਜੋ ਮਰਜ਼ੀ ਮੰਗੀ ਜਾਵੇ। ਤੇ ਇਸੇ ਗੱਲ ਨੂੰ ਮੈਂ ਤਾਂ ਗੱਲ ਕਹਿਣਾ ਕਿ ਆਮ ਆਦਮੀ ਪਾਰਟੀ 2017 ਤੋਂ 2022 ਤੱਕ ਮੁੱਖ ਵਿਰੋਧੀ ਧਿਰ ਸੀ। ਇਹ ਤਾਂ ਹਰ ਤੀਜੇ ਦਿਨ ਗਵਰਨਰ ਹਾਊਸ ਦੇ ਬਾਹਰ ਖੜੇ ਰਹਿੰਦੇ ਸੀ, ਉਦੋਂ ਮੈਮੋਰੈਂਡਮ ਦੇਣ ਜਾਂਦੇ ਸੀ। ਅਗਰ ਗਵਰਨਰ ਕੋਲੇ ਕੋਈ ਪਾਵਰ ਹੀ ਨਹੀਂ, ਅਗਰ ਗਵਰਨਰ ਕੁਝ ਐਕਟ ਕਰ ਹੀ ਨਹੀਂ ਸਕਦੇ, ਤਾਂ ਪਹਿਲਾਂ ਪੁੱਛੋ ਵੀ ਪਹਿਲਾਂ ਖਹਿਰਾ ਸਾਹਿਬ ਫਿਰ ਹਰਪਾਲ ਚੀਮਾ ਸਾਹਿਬ ਇਹ ਗਵਰਨਰ ਸਾਹਿਬ ਦੇ ਗੇਟ ਦੇ ਬਾਹਰ ਕੀ ਕਰਨ ਖੜੇ ਰਹਿੰਦੇ ਸੀ। ਸੋ ਇਹ ਜਿਹੜਾ ਅੱਜ ਆਮ ਆਦਮੀ ਪਾਰਟੀ ਭਗਵੰਤ ਮਾਨ ਕਰ ਰਹੇ ਨੇ,
ਇਹ ਕਿਸ ਚੀਜ਼ ਤੋਂ ਬਚ ਰਹੇ ਨੇ ਗੌਰਵ ਜੀ? ਮੈਂ ਬਾਰ-ਬਾਰ ਪੁੱਛਦਾ, ਦੇਖੋ ਉਹ ਗੱਲ ਗੋਲ-ਮੋਲ ਕਰ ਜਾਂਦੇ ਨੇ। ਇਹ ਪ੍ਰਵਕਤਾ ਦੱਸਦੇ ਕਿਉਂ ਨਹੀਂ ਕਿ ਨਵਲ ਅਗਰਵਾਲ ਦਾ ਪੰਜਾਬ ਦੀਆਂ ਕੈਬਨਿਟ ਮੀਟਿੰਗਾਂ 'ਚ ਤੇ ਅਫਸਰਾਂ ਦੀ ਮੀਟਿੰਗਾਂ 'ਚ ਬੈਠਣ ਦਾ ਕੀ ਕੰਮ ਹੈ? ਉਹਦੀਆਂ ਫੋਟੋਆਂ ਵਾਇਰਲ ਨੇ, ਗਵਰਨਰ ਨੇ ਪੁੱਛ ਲਿਆ। ਤੁਹਾਨੂੰ ਹੁਣ ਇਹ ਪ੍ਰਿੰਸੀਪਲ ਵਾਲੇ ਮੁੱਦੇ ਤੋਂ ਵੀ ਜ਼ਿਆਦਾ ਨਵਲ ਅਗਰਵਾਲ ਦਾ ਮੁੱਦਾ ਜ਼ਿਆਦਾ ਵੱਡਾ ਲੱਗ ਰਿਹਾ ਹੈ। ਇਸ ਦੇ ਵਿੱਚ ਬਹੁਤ ਵੱਡੇ ਮੁੱਦੇ ਨੇ, ਪ੍ਰਿੰਸੀਪਲ ਵਾਲਾ ਇੱਕ ਮੁੱਦਾ ਨਹੀਂ, ਦੇਖੋ ਪਰ ਤੁਸੀਂ ਜਿਹੜਾ ਜਿਹੜਾ ਨਵਲ ਕਹਿ ਰਹੇ ਅਗਰਵਾਲ ਦਾ ਸੀ, ਜਿਹੜਾ ਨਵਲ ਅਗਰਵਾਲ ਦਾ ਨਾ ਜੀ। ਜੀ, ਉਹ ਪੰਜਾਬ ਸਰਕਾਰ ਨਾਲ ਡਾਇਰੈਕਟਲੀ ਇੱਕੋ ਐਸਾ ਮੁੱਦਾ ਹੈ, ਗੰਭੀਰ ਹੈ, ਜਿਹਦੇ ਕਰਕੇ ਇੱਕ ਦਿੱਲੀ ਦਾ ਅਫਸਰ, ਕੇਜਰੀਵਾਲ ਦਾ ਏਜੰਟ ਉਰੇ ਸਾਡੀਆਂ ਫਾਈਲਾਂ ਦੇਖ ਰਿਹਾ। ਠੀਕ ਹੈ, ਪਾਸੀ ਜਵਾਬ ਦੇ ਦਿਓ। ਹੁਣ ਇਸ ਗੱਲ ਤੇ ਜਵਾਬ ਪਾਸੀ ਸਾਹਿਬ ਦੇਣ ਕਿ ਨਵਲ ਅਗਰਵਾਲ ਪਾਸੀ ਜੀ ਤੁਸੀਂ ਪ੍ਰਿੰਸੀਪਲ ਵਾਲੇ ਮੁੱਦੇ ਉੱਤੇ ਹੀ ਖੜ ਗਏ। ਉਹ ਕਹਿੰਦੇ ਸਾਰੀਆਂ ਗੱਲਾਂ ਦਾ ਜਵਾਬ ਦਿਓ। ਬਹੁਤ ਸਾਰੇ ਉਸ ਦੇ ਵਿੱਚ ਸਵਾਲ ਸੀ, ਪੁਆਇੰਟ ਸੀ ਜੋ ਰਾਜਪਾਲ ਨੇ ਚਿੱਠੀ ਭੇਜੀ। ਜੀ ਮੈਂ ਹੁਣ ਇਹਨਾਂ ਦਾ ਜਵਾਬ ਦਊਂਗਾ, ਇੰਟਰਪ੍ਰੀਟ ਨਾ ਕਰਨ। ਦੇਖੋ ਕਲੇਰ ਸਾਹਿਬ ਮੇਰੇ ਬੜੇ ਵਰਿਸ਼ਟ ਭਰਾ ਬੁਲਾ ਰਹੇ ਹੈ। ਮੈਂ ਕਲੇਰ ਸਾਹਿਬ ਨੂੰ ਅੱਜ ਮੈਂ ਪਹਿਲੀ ਵਾਰ ਹੈਰਾਨ ਹੋ ਰਿਹਾ ਕਿ ਅਕਾਲੀ ਦਲ ਜੋ 2021 ਚ ਵੀ ਜਦੋਂ ਬਡੋਰੀਆ ਗਵਰਨਰ ਸੀਗੇ, ਬਡੋਰੀਆ ਸਾਹਿਬ, ਉਹਨਾਂ ਨੇ ਚੀਫ ਸੈਕਟਰੀ ਔਰ ਡੀਜੀਪੀ ਨੂੰ ਤਲਬ ਕਰਿਆ ਸੀ ਆਪਣੇ ਕੋਲੇ, ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਵੀ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਮੇਰੇ ਕੋਲ ਸਟੇਟਮੈਂਟਸ ਪਈਆਂ, ਮੈਂ ਹੁਣ ਵੀ ਦਿਖਾ ਸਕਦਾ ਤੁਹਾਨੂੰ ਚੈਨਲ ਤੇ ਜੀ। ਇਹਨਾਂ ਨੇ ਕਿਹਾ ਸੀ ਦੀ ਗਵਰਨਰ ਹੈਜ਼ ਬਿਕਮ ਮਾਊਥ ਪੀਸ ਆਫ ਬੀਜੇਪੀ, ਕਿ ਗਵਰਨਰ ਤਾਂ ਬੀਜੇਪੀ ਦਾ ਮਾਊਥ ਪੀਸ ਬਣ ਗਿਆ। ਉਦੋਂ ਗਵਰਨਰ ਬੁਰਾ ਸੀਗਾ। ਅੱਜ ਮੈਂ ਪਹਿਲੀ ਵਾਰ ਹੈਰਾਨ ਹਾਂ ਕਿ ਅਕਾਲੀ ਦਲ ਗਵਰਨਰ ਜੋ ਆਪਣੀ ਪਾਵਰਸ ਨੂੰ ਐਕਸੀਡ ਕਰ ਰਹੇ ਆ। ਮੈਂ ਇੱਕ ਗੱਲ ਸਪੈਸ਼ਲ ਕਹੀ ਹੈ ਕਿ ਗਵਰਨਰ ਦੀ ਚਿੱਠੀ ਨੂੰ ਇਬਾਰਤ ਦੀ ਬਜਾਏ ਉਹਦੀ ਇੰਟੈਂਸ਼ਨਸ ਨੂੰ ਦੇਖਿਆ ਜਾਏ। ਗਵਰਨਰ ਸਾਹਿਬ ਦੀ ਨੂੰ ਇੰਟੈਂਸ਼ਨਸ ਕੀ ਹੈ? ਮੈਨੂੰ ਇੱਕ ਚੀਜ਼ ਦੱਸੋ, ਉਹਨਾਂ ਨੇ ਕਿਹੜੇ ਪੁਆਇੰਟ ਦੇ ਨਾਲ ਐਵੀਡੈਂਸ ਦੱਸੀ ਹੈ? ਉਹਨਾਂ ਨੇ ਕਿਹੜੀ ਕੰਪਲੇਂਟ ਦਾ ਜ਼ਿਕਰ ਕੀਤਾ ਹੈ? ਸਿੰਪਲੀ ਇੱਕ ਵੇਗ ਜੀ ਲਿਖਤੀ ਕਿ ਸਮ ਕੰਪਲੇਂਟਸ ਹੈਜ਼ ਬੀਨ ਰਿਸੀਵਡ। ਉਹਨਾਂ ਨੇ ਦੱਸਿਆ ਕਿ ਮੇਰੇ ਕੋਲੇ ਇਹ ਐਵੀਡੈਂਸ ਆਈ ਹੈ। ਤੁਹਾਨੂੰ ਲੱਗ ਰਿਹਾ ਕਿ ਅਕਾਲੀ ਦਲ ਉਸ ਸਮੇਂ ਅਲੱਗ ਤਰੀਕੇ ਨਾਲ ਰਿਐਕਟ ਕਰ ਰਿਹਾ ਸੀ, ਅੱਜ ਅਲੱਗ ਤਰੀਕੇ ਨਾਲ ਰਿਐਕਟ ਕਰ ਰਿਹਾ? ਬਿਲਕੁਲ 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 ਸਰ। ਤੁਹਾਨੂੰ ਕਿਉਂ ਐਵੇਂ ਲੱਗਦਾ? ਪਤਾ ਨਹੀਂ ਕਿਉਂ, ਕਿਆ ਪਤਾ ਬੀਜੇਪੀ ਦੇ ਨਾਲ, ਕਿਆ ਪਤਾ ਬੀਜੇਪੀ ਦੇ ਨਾਲ ਕੋਈ ਦੁਬਾਰਾ ਤੁਹਾਡਾ ਪੁਆਇੰਟ ਆ ਗਿਆ, ਚੱਲਦੀਆਂ ਹੋਣ। ਮੇਰਾ ਅੰਦਾਜ਼ਾ ਆ ਰਿਹਾ ਤੁਹਾਡੇ ਕੋਲ। ਦੂਸਰੀ ਚੀਜ਼ ਇੱਕ ਲਾਸਟ ਸਕਾਲਰਸ਼ਿਪ ਛੋਟਾ ਰੱਖੋ ਸਰ, ਜਵਾਬ ਬਹੁਤ ਘੱਟ ਸਮਾਂ ਹੋਏਗਾ। ਸਕਾਲਰਸ਼ਿਪ ਦੇ ਵੀ ਦੱਸਣਾ, ਹਾਂ ਬਿਲਕੁਲ 60 ਲੱਖ ਬੱਚਿਆਂ ਦੀ ਸਕਾਲਰਸ਼ਿਪ ਸੈਂਟਰ ਨੇ ਰੋਕੀ ਹੈ। ਇਹ ਪੜ੍ਹ ਲਓ 2022 ਦੇ ਵਿੱਚ, 2021 ਤੋਂ 2022 ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ 2018 ਤੋਂ ਆਲ ਓਵਰ ਇੰਡੀਆ, ਤੁਸੀਂ ਕਹਿ ਰਹੇ ਹੋ ਆਲ ਓਵਰ ਇੰਡੀਆ 60 ਲੱਖ ਦੀ ਆਲ ਓਵਰ ਇੰਡੀਆ 60 ਲੱਖ ਬੱਚਿਆਂ ਦੀ ਜਿਹੜੀ ਇਹ ਸਕਾਲਰਸ਼ਿਪ ਰੋਕੀ ਗਈ ਹੈ। ਇਹ ਚੈੱਕ ਕਰ ਲਓ, ਤੁਸੀਂ ਹੁਣੇ ਨੈਟ ਖੋਲ ਲਓ। ਠੀਕ ਹੈ, ਚਲੋ ਥੋੜਾ ਜਿਹਾ ਵੇਟ ਕਰੋ, ਇੱਕ ਵਾਰੀ ਕਲੀਅਰ ਜੀ ਕੁਝ ਐਡ ਕਰ ਦੇਣ। ਮੈਂ ਸੰਧੂ ਸਾਹਿਬ ਆ ਰਿਹਾ ਤੁਹਾਡੇ ਕੋਲ। ਨਹੀਂ, ਮੈਂ ਤਾਂ ਕਹਿੰਦੇ ਤੁਹਾਡਾ ਨਜ਼ਰੀਆ ਬਦਲ ਗਿਆ, ਉਸ ਸਮੇਂ ਕੁਝ ਵੱਖਰੀ ਗੱਲ ਸੀ, ਅੱਜ ਕੁਝ ਵੱਖਰੀ ਹੈ। ਮੈਨੂੰ ਲੱਗਦਾ ਪਾਸੀ ਸਾਹਿਬ ਸ਼ਾਇਦ ਨਿਊਜ਼ ਘੱਟ ਦੇਖਦੇ ਨੇ। ਮੈਂ ਤਾਂ ਜਦੋਂ ਸਟਾਰਟ ਵੀ ਕੀਤਾ, ਮੇਰੇ ਅੱਜ ਤੋਂ 2 ਦਿਨ ਪਹਿਲਾਂ ਦੇ ਬਿਆਨ ਚੱਕ ਲਓ, ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਅਧਿਕਾਰਾਂ ਦਾ ਮਦਈ ਹੈ। ਜਦੋਂ ਗਵਰਨਰ ਸਾਹਿਬ ਪੰਜਾਬ ਗਏ ਨੇ, ਅਸੀਂ ਉਹਦੀ ਵੀ ਗੱਲ ਕਹੀ ਹੈ ਕਿ ਇਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ 'ਚ ਨਹੀਂ ਦਖਲਅੰਦਾਜ਼ੀ ਕਰਨੀ ਚਾਹੀਦੀ। ਤੁਹਾਨੂੰ ਪ੍ਰੋਬਲਮ ਕਿੱਥੇ? ਪਰ ਅੱਜ ਦਾ ਸਵਾਲ ਇਹ ਹੈ ਕਿ ਇਹ ਜਿਹੜੀ ਕੰਟਰੋਵਰਸੀ ਹੈ, ਇਹ ਕੰਟਰੋਵਰਸੀ ਆਮ ਆਦਮੀ ਪਾਰਟੀ ਖੜੀ ਕੀਤੀ। ਹੁਣ ਪਾਸੀ ਸਾਹਿਬ ਹੋਰ ਗੱਲਾਂ ਦਾ ਜਵਾਬ ਦੇਗੇ। ਹੁਣ ਉਹ ਨਵਲ ਅਗਰਵਾਲ ਵਾਲੀ ਗੱਲ ਤੇ ਫੇਰ ਚੁੱਪ ਨੇ, ਔਰ ਸ਼੍ਰੋਮਣੀ ਅਕਾਲੀ ਦਲ ਤਾਂ ਕਹਿ ਰਿਹਾ ਹੈ ਇਹ ਤਾਂ ਇਨਫੋਰਮੇਟਿਵ ਹੈ, ਇਹ ਤਾਂ ਸਾਰੀਆਂ ਸਰਕਾਰਾਂ ਗਵਰਨਰ ਨੂੰ ਇਨਫੋਰਮੇਸ਼ਨ ਦਿੰਦੀਆਂ ਨੇ। ਇਹ ਨਵਲ ਅਗਰਵਾਲ ਦੀ ਹੁਣ ਗੱਲ ਕਰਨ ਤੋਂ ਕਤਰਾਉਂਦੇ ਨੇ ਕਿਉਂਕਿ ਪਤਾ ਫਸ ਚੁੱਕੇ ਨੇ ਕੇਜਰੀਵਾਲ ਦੀ ਜਿਹੜੀ ਸਿੱਧੀ ਦਖਲਅੰਦਾਜ਼ੀ ਪੰਜਾਬ ਦੇ ਵਿੱਚ ਹੈ, ਔਰ ਪੰਜਾਬ ਦਾ ਇੰਟਰਸਟ ਜਿਹੜਾ ਕੇਜਰੀਵਾਲ ਨੂੰ ਵੇਚਿਆ ਹੈ, ਇਹ ਉਹਦੇ ਤੇ ਫਸ ਕੇ ਹੁਣੇ ਚਿੱਕੜ ਦੀਆਂ ਬਾਲਟੀਆਂ ਚੱਕੀ ਫਿਰਦੇ ਨੇ ਦੂਜਿਆਂ ਤੇ ਸਿੱਟਣ ਨੂੰ। ਮੈਂ ਫੇਰ ਚੈਲੰਜ ਕਰਦਾ ਕਿ ਨਵਲ ਅਗਰਵਾਲ ਤੇ ਬੋਲੋ, ਜੇ ਗਵਰਨਰ ਸਾਹਿਬ ਪੰਜਾਬ ਦੀ ਐਡਮਿਨਿਸਟ੍ਰੇਸ਼ਨ 'ਚ ਦਖਲ ਦੇਣਗੇ, ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤੱਕ ਨਹੀਂ ਦਿੱਤਾ, ਹੁਣ ਵੀ ਕਰਾਂਗੇ। ਇਹ ਅਕਾਲੀ ਦਲ ਨੂੰ ਲੱਗਦਾ ਹੁਣ ਤੱਕ ਕੋਈ ਇੰਟਰਫੇਰੈਂਸ ਨਹੀਂ ਹੈਗੀ, ਕੋਈ ਪੰਜਾਬ ਗਏ ਸੀ, ਜਦੋਂ ਪੰਜਾਬ ਗਏ ਸੀ ਅਕਾਲੀ ਦਲ ਨੇ ਕਿਹਾ ਸੀ ਨਹੀਂ ਜਾਣਾ ਚਾਹੀਦਾ। ਪਰ ਇਹ ਜਿਹੜਾ 167 ਹੈ ਗਵਰਨਰ ਦਾ ਇਖਤਿਆਰ ਖੇਤਰ ਹੈ, ਅਗਰ ਨਵਲ ਅਗਰਵਾਲ ਤੇ ਆਪੱਤੀ ਹੈ ਤਾਂ ਆਮ ਆਦਮੀ ਪਾਰਟੀ ਕਲੀਅਰ ਕਰੇ। ਠੀਕ ਹੈ ਸੰਧੂ ਸਾਹਿਬ, ਮੈਂ ਕਰੀਮ ਸਾਹਿਬ ਤੁਹਾਡੇ ਕੋਲ ਆ ਰਿਹਾ, ਇੱਕ ਵਾਰੀ ਸੰਧੂ ਜੀ ਦਾ ਰੁਖ ਕਰਵਾ। ਸੰਧੂ ਸਾਹਿਬ, ਬਹੁਤ ਸਾਰੀਆਂ ਗੱਲਾਂ ਦੇ ਵਿਚਾਲੇ ਹੁਣ ਸਵਾਲ ਇਹੀ ਹੈ ਕਿ ਇਹ ਨਿਬੜਦਾ ਲੱਗਦਾ ਕਿਸੇ ਪਾਸੇ ਜਾਂਦਾ ਹੋਇਆ। ਮੈਂ ਪਹਿਲਾਂ ਵੀ ਤੁਹਾਨੂੰ ਸਵਾਲ ਪੁੱਛਿਆ ਸੀ ਕਿ ਪੰਜਾਬ ਦਾ ਨੁਕਸਾਨ ਕੀ ਹੋ ਰਿਹਾ ਹੈ, ਦੂਜੇ ਪਾਸੇ ਕਿ ਕੋਈ ਅਜਿਹਾ ਫਾਰਮੂਲਾ ਕੱਢਿਆ ਜਾ ਸਕਦਾ ਹੈ ਕਿ ਇਹ ਵਿਵਾਦ ਖਤਮ ਹੋਵੇ। ਇਹ ਤਾਂ ਇਸ ਤਰ੍ਹਾਂ ਲੱਗ ਰਿਹਾ ਕਿ ਅੱਜ ਸ਼ਾਇਦ ਇਹ 2 ਦਿਨ ਨੂੰ ਠੰਡਾ ਪੈ ਜਾਵੇ ਪ੍ਰਿੰਸੀਪਲਾਂ ਵਾਲਾ ਮੁੱਦਾ, ਹੋਰ 15 ਦਿਨ ਨੂੰ ਕੋਈ ਨਵੀਂ ਗੱਲ ਹੋਏਗੀ। ਮਾਰਚ ਦੇ ਵਿੱਚ ਬਜਟ ਇਜਲਾਸ ਹੋਣਾ ਹੈ, ਸ਼ਾਇਦ ਉਸ ਸਮੇਂ ਕੋਈ ਨਵਾਂ ਵਿਵਾਦ ਖੜਾ ਹੋ ਜਾਵੇ, ਸਰਕਾਰ ਤੇ ਰਾਜਪਾਲ ਦੁਬਾਰਾ ਆਮੋ ਸਾਹਮਣੇ ਹੋਣ। ਗੌਰਵ ਜੀ, ਗੱਲ ਆ ਵੀ ਪਾਸੀ ਸਾਹਿਬ ਨੇ ਕਿਹਾ ਵੀ ਅਸੀਂ ਗਵਰਨਰ ਸਾਹਿਬ ਦਾ ਆਦਰ ਕਰਦੇ ਹਾਂ। ਮੈਨੂੰ ਇਹ ਦੱਸਣ ਕੀ ਇਹ ਆਦਰ ਆ? ਉਹਨਾਂ ਨੂੰ ਕਿਹਾ ਜਾਵੇ ਵੀ ਤੁਸੀਂ ਇਲੈਕਸ਼ਨ ਹੀ ਸਾਡਾ ਲੜ ਕੇ ਵੇਖ ਲਓ। ਇਹ ਆਦਰ ਵਾਲੇ ਬੋਲ ਤੇ ਨਹੀਂ ਹੈਗੇ। ਨੰਬਰ 2, ਤੁਸੀਂ ਕਹੋ ਬਈ ਸਟੇਟ ਦੇ ਵਿਸ਼ੇ ਨੂੰ ਮੈਂ 3 ਕਰੋੜ ਪੰਜਾਬੀਆਂ ਦਾ ਹੀ ਦੇਣਦਾਰ ਹਾਂ, ਮੈਂ ਤੁਹਾਡਾ ਦੇਣਦਾਰ ਨਹੀਂ ਗਾ, ਤੁਹਾਨੂੰ ਨਹੀਂ ਜਵਾਬ ਦੇ ਸਕਦਾ। ਮੈਂ 3 ਕਰੋੜ ਪੰਜਾਬੀਆਂ ਦਾ ਕਿਉਂ? ਤੁਸੀਂ ਸੈਂਟਰ ਸਰਕਾਰ ਦਾ ਚੁਣ ਕੇ ਆਏ ਜੀ। ਇਹ ਸ਼ਬਦ ਗਲਤ ਨੇ। ਦੇਖੋ, ਤੁਸੀਂ ਐਡਵੋਕੇਟ ਜੇ ਸਾਰੇ ਆਰਟੀਕਲਸ ਦੇ ਵਿੱਚ ਜਾਂ ਸੰਵਿਧਾਨ ਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਸ਼ਬਦਾਂ ਨਾਲ ਹਰਾ ਲੋਗੇ,
ਪਰ ਜਿੱਥੋਂ ਤੱਕ ਪੰਜਾਬੀਅਤ ਦੀ ਗੱਲ ਆ, ਇਹ ਸ਼ਬਦੀ ਜੰਗ ਪੰਜਾਬ 'ਚ ਨਹੀਂ ਚੰਗੀ। ਤੁਸੀਂ ਇੱਕ ਦੂਜੇ ਦਾ ਆਦਰ ਕਰੋਗੇ, ਸਨਮਾਨ ਕਰੋਗੇ, ਮਾਣ ਕਰੋਗੇ ਤੇ ਗੌਰਵ ਜੀ ਤੁਹਾਡੀ ਗੱਲ ਦਾ ਜਵਾਬ ਆ ਜਾਊਗਾ। ਹਰ ਮਸਲੇ ਦਾ ਹੱਲ ਹੋ ਸਕਦਾ। ਇੱਥੇ ਵੱਡੇ ਵੱਡੇ ਮਸਲੇ ਨਾ ਤੇ ਆਰਟੀਕਲਾਂ ਨਾਲ ਸੁਲਝਦੇ ਨੇ, ਨਾ ਜੰਗ ਨਾਲ, ਨਾ ਗੋਲੀਆਂ ਨਾਲ, ਪਿਆਰ ਤੇ ਸਤਿਕਾਰ ਨਾਲ ਬੈਠ ਕੇ ਸੁਲਝਦੇ ਨੇ। ਦੇਖੋ ਸੈਂਟਰ ਸਰਕਾਰ ਬਿਲਕੁਲ ਸਾਡੇ 'ਚ ਦਖਲ ਦਿੰਦੀ, ਕੋਈ ਸ਼ੱਕ ਨਹੀਂ, ਭਾਵੇਂ ਸਿੱਖ ਫੌਜੀਆਂ ਦੀ ਦਸਤਾਰ ਜਿਹੜੇ ਹੈਲਮਟ ਦਾ ਮਾਮਲਾ ਹੋਵੇ, BBMP ਹੋਵੇ ਜਾਂ BSF ਅੰਦਰ ਆਣੀ ਹੋਵੇ, ਚੰਡੀਗੜ੍ਹ ਦੇ ਮਸਲੇ ਹੋਣ ਜਾਂ ਹੋਰ ਕਈ ਮਸਲੇ ਨੇ, ਦਖਲ ਦਿੰਦੀ ਹੈ, ਕੋਈ ਸ਼ੱਕ ਨਹੀਂ ਇਹ 'ਚ। ਪਰ ਇੱਕ ਚੰਗਾ ਜਿਹੜਾ ਮੁੱਖ ਮੰਤਰੀ ਉਹ ਤਾਂ ਸਾਬਤ ਹੁੰਦਾ ਇਹ ਸਾਰਿਆਂ ਨੂੰ ਤਰੀਕੇ ਨਾਲ ਹੈਂਡਲ ਕਰਕੇ ਆਪਣੀ ਸਰਕਾਰ ਵੀ ਬਚਾਵੇ ਤੇ ਸੈਂਟਰ ਸਰਕਾਰ ਨਾਲ ਰਾਬਤਾ ਵੀ ਕਾਇਮ ਕਰੇ। ਉਹਦੇ ਵਿੱਚ ਵਿਪਕਸ਼ ਦਾ ਬਹੁਤ ਵੱਡਾ ਰੋਲ ਰਹਿੰਦਾ। ਤੁਸੀਂ ਇਕੱਲੇ ਹੋ, ਤੁਸੀਂ ਨੌ ਸਿੱਖੇ ਹੋ, ਅਸੀਂ ਬਾਰ-ਬਾਰ ਕਹਿ ਰਹੇ ਹਾਂ, ਜੇ ਤੁਸੀਂ ਇੱਕ ਨਾ ਇੱਕ ਰਲ ਜਾਓ ਫਿਰ ਤੁਸੀਂ 2 ਨਹੀਂ ਹੁੰਦੇ, ਤੁਸੀਂ 11 ਹੋ ਜਾਂਦੇ ਹੋ। ਪਰ ਤੁਸੀਂ, ਤੁਹਾਡੇ ਸਪੋਕਸਪਰਸਨ ਤੇ ਤੁਹਾਡੇ ਸਾਰੇ ਮੰਤਰੀ ਇਹ ਕਹਿੰਦੇ ਨੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਹੁਣ ਵੀ ਮੈਂ ਕਹਿੰਦਾ ਹਾਲੀ ਵੀ ਪੰਜਾਬੀ ਕਹਿੰਦੇ ਸੰਧੂ ਸਾਹਿਬ ਦੇਖੋ ਕਹਿੰਦੇ ਕਾਂਗਰਸ ਦਾ ਸਾਨੂੰ ਸਾਥ ਹੀ ਨਹੀਂ ਮਿਲਿਆ। ਇਸ ਤੋਂ ਪਹਿਲਾਂ ਆਪਰੇਸ਼ਨ ਲੋਟਸ ਵਾਲੇ ਮੁੱਦੇ ਉੱਤੇ ਤੁਸੀਂ, ਤੁਹਾਡੇ ਉੱਤੇ ਇਲਜ਼ਾਮ ਸੀ ਕਿ ਕਾਂਗਰਸ ਰਾਜਸਥਾਨ 'ਚ ਕੁਝ ਵੱਖਰੀ ਗੱਲ ਕਰਦੀ ਹੈ, ਪੰਜਾਬ 'ਚ ਕੁਝ ਵੱਖਰੀ ਹੈ। ਹੁਣ ਰਾਜਪਾਲ ਵਾਲੇ ਮੁੱਦੇ ਉੱਤੇ ਵੀ ਛੋਟਾ ਜਿਹਾ ਜਵਾਬ ਦਿਓ ਸਰ। ਮੈਂ ਸਰੀਨ ਸਾਹਿਬ ਦਾ ਰੁਖ ਕਰਨਾ। ਕਹਿੰਦੇ ਤੁਹਾਡਾ ਸਾਥ ਨਹੀਂ ਮਿਲਿਆ। ਉਹ ਵਾਰ-ਵਾਰ ਕਹਿ ਰਹੇ ਨੇ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਉਦੋਂ ਤੁਹਾਡੀਆਂ ਗੱਲਾਂ ਵੱਖਰੀਆਂ ਸੀ, ਅੱਜ ਵੱਖਰੀਆਂ ਨੇ ਰਾਜਪਾਲ ਦੇ ਮੁੱਦੇ ਉੱਤੇ ਹੀ। ਸਰ ਪਹਿਲੇ ਦਿਨ ਦਾ ਵੈਰੀ ਫਸਟ ਡੇ ਰਾਜਾ ਵੜਿੰਗ ਨੇ ਕਿਹਾ ਸੀ ਆਪਰੇਸ਼ਨ ਲੋਟਸ ਦੇ ਉੱਤੇ ਬਿਆਨ ਦਿੱਤਾ ਸੀ, ਕੱਢ ਕੇ ਵੇਖ ਲਓ, ਤੁਹਾਡੇ ਚੈਨਲ ਤੇ ਵੀ ਆ। ਸਾਡੇ ਰਾਜਾ ਵੜਿੰਗ ਜੀ ਨੇ ਬਿਆਨ ਦਿੱਤਾ ਸੀ ਅਸੀਂ ਤੁਹਾਡੇ ਨਾਲ ਆ, ਪਰ ਕੀ ਆਪਰੇਸ਼ਨ ਲੋਟਸ ਨਿਕਲਿਆ? ਕੀ ਤੁਸੀਂ ਪੱਤਰਕਾਰ ਹੋ, ਤੁਸੀਂ ਮੈਨੂੰ ਦੱਸੋ ਨਿਕਲਿਆ ਕੁਝ? ਆਪਰੇਟਡ ਲੋਟਸ ਫੇਲ ਸੀ। ਇਹਨਾਂ ਨੇ ਕਿਸੇ ਚੀਜ਼ ਤੇ ਪਰਦਾ ਪਾਉਣ ਵਾਸਤੇ, ਆਪਣੇ ਮੰਤਰੀਆਂ ਨੂੰ ਹਾਈਲਾਈਟ ਕਰਨ ਵਾਸਤੇ ਇਹ ਆਪਰੇਸ਼ਨ ਲੋਟਸ ਸੀ, ਆਪਰੇਸ਼ਨ ਲੋਟਸ ਕੁਝ ਨਿਕਲਿਆ? ਅਸੀਂ ਤੇ ਹੁਣ ਵੀ ਕਿਹਾ, ਅੱਜ ਦੀ ਗੱਲ ਕਿਹਾ, ਅੱਜ ਸਾਡੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸਾਡੀ ਲੋੜ ਹੈ, ਸਾਨੂੰ ਕਿਤੇ ਆਓ, ਅਸੀਂ ਨਹੀਂ ਨਾਲ ਲੈਂਦੇ। ਮੈਂ ਸਪੋਕਸਪਰਸਨ ਤੁਹਾਡੇ ਚੈਨਲ ਤੇ ਰੂਬਰੂ ਕਹਿਣ ਡਿਆ ਵੀ ਸਾਡੀ ਲੋੜ ਹੈ, ਸਾਨੂੰ ਨਾਲ ਲਓ। ਨਹੀਂ ਲੈਂਦੇ। ਇਹ ਤੇ ਸਾਨੂੰ ਛੱਡੋ ਗੌਰਵ ਜੀ, ਮੇਰਾ ਲਾਸਟ ਕੋਟ ਹੈ, ਇਹ ਆਪਣੇ ਮੰਤਰੀਆਂ ਦਾ ਯੂਜ਼ ਨਹੀਂ ਕਰ ਸਕਦੇ, ਇਹ ਆਪਣੇ ਚੰਗੇ ਅਫਸਰ ਜਿਹੜੇ ਛੱਡ ਕੇ ਰਾਜਨੀਤੀ ਚ ਆਏ ਤੇ ਉਹਨਾਂ ਦਾ ਯੂਜ਼ ਨਹੀਂ ਕਰ ਸਕਦੇ। ਕਿਉਂ? ਕਠਪੁਤਲੀ ਪਿੱਛੋਂ ਚੱਲਦੀ ਹੈ। ਪੰਜਾਬ ਨੂੰ ਅੱਜ ਵੀ ਸੁਤੰਤਰ ਚਲਾਉਣ ਤੇ ਵਧੀਆ ਚੱਲ ਸਕਦਾ ਹੈ, ਦਿੱਲੀ ਤੋਂ ਨਾ ਚੱਲਣ ਤੇ ਚੰਗੀ ਰਹਿਣਗੇ। ਠੀਕ ਹੈ, ਚਲੋ ਮੈਂ ਦਿੱਲੀ ਵਾਲੇ ਐਲੀਗੇਸ਼ਨਸ ਦੇ ਉੱਤੇ ਜਵਾਬ ਲਾਉਂਗਾ, ਪਰ ਪਹਿਲਾਂ ਮੈਂ ਸਰੀਨ ਸਾਹਿਬ ਦਾ ਰੁਖ ਕਰਦਾ। ਸਰੀਨ ਸਾਹਿਬ, ਇਹ ਨਿਬੜਨ ਵਾਲੇ ਪਾਸੇ ਨੂੰ ਤਾਂ ਦੋਵੇਂ ਧਿਰਾਂ ਹੀ ਲੱਗਦੀਆਂ ਕਿ ਵੱਧ ਰਹੀਆਂ। ਫਿਰ ਗੱਲ ਉਹੀ ਘੁੰਮ ਫਿਰ ਕੇ ਆਉਂਦੀ ਹੈ ਕਿ ਜਦੋਂ ਆਪਾਂ ਪੰਜਾਬ ਬਾਰੇ ਸੋਚ ਰਹੇ ਹਾਂ ਤਾਂ ਫਿਰ ਕੋਈ ਨਾ ਕੋਈ ਵਿਚਾਲੇ ਦਾ ਰਾਹ ਤਾਂ ਕੱਢਣਾ ਹੋਏਗਾ ਕਿ ਇਹ ਨਾ ਸਿਰਫ ਮੌਜੂਦਾ ਮਸਲਾ ਹੱਲ ਹੋਵੇ, ਅੱਗੇ ਨੂੰ ਵੀ ਅਜਿਹੀ ਸਥਿਤੀ ਨਾ ਬਣੇ, ਉਸ ਲਈ ਵੀ ਕੁਝ ਨਾ ਕੁਝ ਕੀਤਾ ਜਾਵੇ। ਗੌਰਵ ਮੈਨੂੰ ਕਹਿ ਰਹੇ ਹੋ? ਜੀ ਸਰੀਨ ਸਾਹਿਬ। ਗੌਰਵ ਰਿਪੀਟ ਕਰ ਦਿਓ, ਤੁਹਾਡੀ ਆਵਾਜ਼ ਵਿੱਚੋਂ ਬ੍ਰੇਕ ਹੋ ਗਈ ਸੀ, ਪਲੀਜ਼। ਮੈਂ ਤਾਂ ਇਸ ਪੂਰੀ ਕਨਕਲੂਜਨ ਵਾਲੇ ਪਾਸੇ ਜਾਣਾ ਚਾਹ ਰਿਹਾ ਕਿ ਨਿਬੜੇਗਾ ਕਿਵੇਂ, ਕਿ ਜੇ ਦੋਵੇਂ ਧਿਰਾਂ ਇਸ ਤਰੀਕੇ ਨਾਲ ਤਲਖ ਅੰਦਾਜ਼ ਦੇ ਵਿੱਚ ਇੱਕ ਦੂਜੇ ਉੱਤੇ ਐਲੀਗੇਸ਼ਨਸ ਲਗਾਉਣਗੀਆਂ ਤਾਂ ਪੰਜਾਬ ਦੇ ਲੋਕ ਜਾਣਨਾ ਚਾਹਣਗੇ ਕਿ ਬਈ ਕਿਵੇਂ ਨਿਬੜੇਗਾ ਇਹ। ਕੋਈ ਨਵਾਂ ਕੱਲ ਨੂੰ ਗੱਲ ਹੋਏਗੀ ਉਸ ਦੇ ਉੱਤੇ ਪ੍ਰੋਬਲਮ ਹੋਏਗੀ, ਕੋਈ ਹੋਰ ਗੱਲ ਹੋਏਗੀ ਉਸ ਤੇ ਵਿਵਾਦ ਹੋਏਗਾ। ਗੌਰਵ ਗੱਲ ਇਹ ਹੈ ਕਿ ਮੈਂ ਤੇ ਅੱਗੇ ਪਹਿਲਾਂ ਤੁਹਾਨੂੰ ਹੁਣ ਇਸ ਡਿਬੇਟ 'ਚ ਵੀ ਕਿਹਾ ਔਰ ਅੱਗੇ ਵੀ ਬਾਕੀ ਕਿਹਾ ਹੈਗਾ ਕਿ ਇਹ ਕੰਟਰੋਵਰਸੀ ਦਾ ਤਾਂ ਇਸ਼ੂ ਹੀ ਨਹੀਂ ਸੀਗਾ, ਜਿਹੜਾ ਇਹਨਾਂ ਨੇ ਕੰਟਰੋਵਰਸੀ ਜ਼ਬਰਦਸਤੀ ਬਣਾ ਲਈ। ਗਵਰਨਰ ਇਜ਼ ਵੈਲ ਵਿਦਨ ਹਿਸ ਰਾਈਟਸ ਟੂ ਆਸਕ ਫॉर द ਇਨਫੋਰਮੇਸ਼ਨ। ਵਕੀਲ ਭਰਾ ਨੇ ਪਾਸੀ ਸਾਹਿਬ 167 ਆਪ ਪੜ੍ਹ ਕੇ ਇੱਥੇ ਸੁਣਾ ਦੇਣ ਲੋਕਾਂ ਨੂੰ, 1 ਮਿੰਟ 'ਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਊਗਾ। ਉਸ 167 ਨੂੰ ਪੜ੍ਹਦੇ ਨਹੀਂ ਪਏ ਕਿਉਂਕਿ ਉਹ ਗਵਰਨਰ ਦੀ ਪਾਵਰਸ ਲਿਖੀਆਂ, ਚੀਫ ਮਿਨਿਸਟਰ ਦੀ ਪਾਵਰਸ ਦੱਸ ਰਹੇ ਨੇ, ਗਵਰਨਰ ਦੀ ਪਾਵਰ ਦੇ ਉੱਤੇ ਆਉਂਦੇ ਹੀ ਨਹੀਂ ਪਏ, ਪੜ੍ਹਦੇ ਨਹੀਂ। ਕਹਿੰਦੇ 167 ਦੇ ਗਵਰਨਰ ਕੋਲ ਕੋਈ ਪਾਵਰ ਨਹੀਂ ਗੀ ਡਾਇਰੈਕਸ਼ਨ ਦੇਣ ਦੀ, ਕੋਈ ਇਨਫੋਰਮੇਸ਼ਨ ਸੀਕ ਕਰਨ ਦੀ ਨਹੀਂ ਹੈਗੀ, ਪੜ੍ਹ ਦੇਣ। ਦੂਜੀ ਚੀਜ਼, ਅਨਨੈਸੈਸਰੀ ਇਸ਼ੂ ਕ੍ਰੀਏਟ ਕੀਤਾ ਗਿਆ। ਗਵਰਨਰ ਨੇ ਜੇ ਇਨਫੋਰਮੇਸ਼ਨ ਮੰਗੀ ਸੀ, ਆਪਾਂ ਇਨਫੋਰਮੇਸ਼ਨ ਦੇ ਦਈਏ, ਉਹ ਦੇਣੀ ਪੈਣੀ ਹੈ, ਕੰਸਟੀਟਿਊਸ਼ਨਲੀ ਆਪਾਂ ਬਾਉਂਡ ਹੈਗੇ ਆ। ਕੋਈ ਵੀ ਇਲੈਕਟਿਡ ਗਵਰਨਮੈਂਟ ਆ, ਤੁਸੀਂ ਸਰਕਾਰ ਚਲਾਣੀ ਹੈ, ਸਰਕਾਰ ਤੁਸੀਂ ਚਲਾਓਗੇ, ਗਵਰਨਰ ਨੇ ਨਹੀਂ ਚਲਾਣੀ। ਲੇਕਿਨ ਗਵਰਨਰ ਇਜ਼ ਕਸਟੋਡੀਅਨ ਆਫ ਦੀ ਕੰਸਟੀਟਿਊਸ਼ਨ ਆਫ ਦਾ ਸਟੇਟ ਨੂੰ ਠੀਕ ਤਰੀਕੇ ਨਾਲ ਚੱਲੇ, ਜਾਂ ਉਹਨੂੰ ਕੋਈ ਜਾਣਕਾਰੀ ਕੋਈ ਆ ਕੇ, ਜਿਵੇਂ ਹੁਣ ਬਾਕੀ ਪੈਨਲਿਸਟ ਨੇ ਵੀ ਕਿਹਾ ਕਿ ਜਦੋਂ ਤੁਸੀਂ ਆਪੋਜੀਸ਼ਨ 'ਚ ਸੀਗੇ ਜੀ, ਉਹ ਤਾਂ ਗਵਰਨਰ ਸਾਹਿਬ ਦੇ ਕੋਲ ਕੀ ਲੈਣ ਜਾਂਦੇ ਸੀ? ਜੇ ਗਵਰਨਰ ਦੇ ਕੋਲ ਕੋਈ ਹੈ ਹੀ ਨਹੀਂਗਾ, ਉਹ ਪੁੱਛ ਨਹੀਂ ਸਕਦਾ। ਔਰ ਮੈਨੂੰ ਦੂਜੀ ਚੀਜ਼ ਗੌਰਵ ਜੀ, ਜੇ ਗਵਰਨਰ ਸਾਹਿਬ ਕੋਲ ਕੋਈ ਬੰਦਾ, ਆਪਾਂ ਵੇਰੀਅਸ ਪੋਲੀਟੀਕਲ ਪਾਰਟੀਆਂ ਜਿਹੜੀ ਆਪੋਜੀਸ਼ਨ ਦੀ ਹੁੰਦੀਆਂ ਨੇ, ਹਮੇਸ਼ਾ ਆਪਾਂ ਦੇਖਦੇ ਆਏ ਹੁਣ ਤੱਕ, ਠੀਕ ਹੈ, ਕੋਈ ਵੀ ਸਰਕਾਰ ਨਾਲ ਜਿਹੜਾ ਗੱਲ ਨਾ ਸਿਰੇ ਚੜ੍ਹਦੀ ਹੋਵੇ ਤੇ ਗਵਰਨਰ ਕੋਲ ਜਾ ਕੇ ਆਪਣੀ ਰਿਪਰੈਜ਼ੈਂਟੇਸ਼ਨ ਦਿੰਦੇ ਜੀ ਕਿ ਦੇਖੋ ਆਹ ਧੱਕਾ ਹੋ ਰਿਹਾ, ਆਹ ਗੱਲ ਠੀਕ ਨਹੀਂ ਹੋ ਰਹੀ ਸਰਕਾਰ ਦੀ, ਗਵਰਨਰ ਸਾਹਿਬ ਤੁਸੀਂ ਕਾਈਂਡਲੀ ਇੰਟਰਵੀਨ ਕਰੋ। ਇਹ ਵੀ ਕਰਦੇ ਰਹੇ ਨੇ, ਸਾਰੀ ਆਪੋਜੀਸ਼ਨ ਪਾਰਟੀਆਂ ਕਰਦੀਆਂ ਨੇ, ਅਸੀਂ ਵੀ ਕਰਦੇ ਹਾਂ। ਹੁਣ ਉਸ ਕੇਸ ਦੇ ਵਿੱਚ ਜੇ ਗਵਰਨਰ ਕੋਲ ਪੁੱਛਣ ਦੀ ਪਾਵਰ ਨਹੀਂ ਤੇ ਫਿਰ ਗਵਰਨਰ ਜਿਹੜਾ ਹੈਗਾ ਵਾ, ਆਪਾਂ ਕਾਹਦੀ ਰਿਪਰੈਜ਼ੈਂਟੇਸ਼ਨ ਦਿੰਨੇ ਆ? ਠੀਕ ਹੈ ਸਰ। ਮੈਂ ਦੂਸਰੀ ਚੀਜ਼ ਐਸੇ ਤੇ ਆ ਰਿਹਾ। ਦੂਸਰੀ ਚੀਜ਼, ਜੇ ਗਵਰਨਰ ਨੇ ਉਸ ਦੇ ਉੱਤੇ ਕੋਈ ਐਕਟ ਅਪਨ ਕਰਨਾ ਹੈ, ਕੋਈ ਵੀ ਇਨਫੋਰਮੇਸ਼ਨ ਉਹਦੇ ਕੋਲ ਆਂਦੀ ਹੈ, ਕੋਈ ਕੰਪਲੇਂਟ ਆਂਦੀ ਹੈ, ਤਾਂ ਕਿਹਨੂੰ ਪੁੱਛੇਗਾ? ਆਪਣੀ ਸਰਕਾਰ ਨੂੰ ਪੁੱਛੇਗਾ। ਇਟ ਇਜ਼ ਗਵਰਨਮੈਂਟ, ਉਹ ਸਰਕਾਰ ਦਾ ਹਿੱਸਾ ਨੇ। ਠੀਕ ਹੈ, ਚਲੋ ਮੈਂ ਕਨਕਲੂਡ ਕਰਨਾ ਸਰ, ਮੈਂ ਵਿਚਾਲੇ ਰੋਕ ਰਿਹਾ ਤੁਹਾਨੂੰ, ਮੈਂ ਕਨਕਲੂਡ ਕਰਨਾ। ਪਾਸੀ ਦਾ ਇੱਕ ਰਿਐਕਸ਼ਨ ਜ਼ਰੂਰ ਚਾਹੂੰਗਾ। ਆਰਟੀਕਲ 167 ਪਾਸੀ ਜੀ, ਹੋਪਫੁਲੀ ਤੁਸੀਂ ਪੜਿਆ ਹੋਏਗਾ।
ਉਸ ਦੇ ਵਿੱਚ ਲਿਖਿਆ ਡਿਊਟੀਜ਼ ਆਫ ਚੀਫ ਮਿਨਿਸਟਰਸ ਐਜ਼ ਰਿਸਪੈਕਟਡ ਦਾ ਫਰਨਿਸ਼ਿੰਗ ਆਫ ਇਨਫੋਰਮੇਸ਼ਨ ਟੂ ਗਵਰਨਰ, ਉਸ ਦਾ ਕਲੌਜ਼ ਹੈ ਸੈਕੰਡ। ਉਸ ਦੇ ਵਿੱਚ ਹੈ ਸਚ ਇਨਫੋਰਮੇਸ਼ਨ ਰਿਲੇਟਿੰਗ ਟੂ ਦਾ ਐਡਮਿਨਿਸਟ੍ਰੇਸ਼ਨ ਆਫ ਦਾ ਅਫੇਅਰ ਆਫ ਦਾ ਸਟੇਟ ਐਂਡ ਪ੍ਰਪੋਜ਼ਲਸ ਫॉर ਲੈਜਿਸਲੇਸ਼ਨ ਐਜ਼ ਦਾ ਗਵਰਨਰ ਮੇ ਕਾਲ, ਕਿ ਉਹ ਇਨਫੋਰਮੇਸ਼ਨ ਮੰਗੇ ਤਾਂ ਦੇਣੀ ਹੋਏਗੀ। ਉਸ ਦਾ ਹੀ ਜ਼ਿਕਰ ਬੀਜੇਪੀ ਇਸ ਸਮੇਂ ਕਰ ਰਹੀ ਹੈ। ਤੁਸੀਂ ਕਨਕਲੂਡ ਕਰ ਦਿਓ, ਮੈਂ ਇਸੇ ਪੁਆਇੰਟ ਦੇ ਉੱਤੇ ਕਨਕਲੂਡ ਕਰਾਂਗਾ ਕਿ ਨਿਬੜੇਗਾ ਕਿਵੇਂ। ਆਰਟੀਕਲ 163 ਵੀ ਤੁਹਾਨੂੰ ਪਤਾ ਹੈ, 167 ਵੀ ਪਤਾ ਹੈ, ਪੂਰਾ ਵਿਵਾਦ ਪਤਾ ਹੈ, ਨਿਬੜੇਗਾ ਕਿਵੇਂ। 167 ਦੀ ਕਲੌਜ਼ ਸੀ ਵੀ ਪੜਨ ਵਾਲੀ ਹੈ, ਉਹ ਤੁਸੀਂ ਦੇਖੋਗੇ ਜਰਾ। 167 ਦੀ ਕਲੌਜ਼ ਸੀ, ਪਹਿਲੀ ਚੀਜ਼ ਗਵਰਨਰ ਸਾਹਿਬ ਨੇ ਕਿਸ ਮੋਡ ਰਾਹੀਂ ਇਨਫੋਰਮੇਸ਼ਨ ਮੰਗੀ ਹੈ। 6 ਤਰੀਕ ਨੂੰ ਸਾਡੇ ਅਧਿਆਪਕ ਬਾਹਰ ਜਾਂਦੇ ਆ, 11 ਤਰੀਕ ਨੂੰ ਵਾਪਸ ਆਨੇ ਆ, 13 ਤਰੀਕ ਨੂੰ ਉਹ ਕਹਿੰਦੇ ਆ ਮੈਨੂੰ ਕੰਪਲੇਂਟਸ ਆ ਗਈਆਂ। ਉਸ ਇਨਫੋਰਮੇਸ਼ਨ ਦੇ ਵਿੱਚ ਜੋ ਗਵਰਨਰ ਸਾਹਿਬ ਸੀਕ ਕਰ ਰਹੇ ਆ, ਨਾ ਤਾਂ ਕਿਸੇ ਕੰਪਲੇਂਟ ਦਾ ਜ਼ਿਕਰ ਹੈ, ਨਾ ਕਿਸੇ ਕੰਪਲੇਨੈਂਟ ਦਾ ਜ਼ਿਕਰ ਹੈ, ਨਾ ਮੋਡ ਆਫ ਜਿਹੜਾ ਸੋਰਸ ਹੈ ਜਿਹੜਾ ਉਹਨਾਂ ਦਾ, ਉਹਦਾ ਸੁਣੋ ਕਰ ਲੈਣ ਦਿਓ। ਕੰਪਲੇਂਟ ਦਾ ਜ਼ਿਕਰ ਹੈ, ਉਸ ਦੇ ਵਿੱਚ ਨਹੀਂ ਹੈ ਸਰ, ਨਹੀਂ ਹੈ ਕੰਪਲੇਂਟ ਦਾ ਨਹੀਂ ਹੈ ਸਰ, ਕਿਸੇ ਸਬੂਤ ਦਾ ਜ਼ਿਕਰ ਨਹੀਂ ਹੈ, ਕੰਪਲੇਂਟ ਦੀ ਗੱਲ ਹੀ ਨਹੀਂ ਹੈਗੀ, ਦਾ ਜ਼ਿਕਰ ਨਹੀਂ ਹੈ। ਕਿੱਥੇ 3 ਸਿਰਫ ਦੇਖੋ ਪਲੀਜ਼ ਦੇਖੋ ਲਾਅ ਤੇ ਝੂਠ ਬੋਲੋ, ਬੀਜੇਪੀ ਦੀ ਮਨਸ਼ਾ ਪਾਰਟੀ ਨੂੰ ਲਾਅ ਤੇ ਝੂਠ ਬੋਲੋ, ਸੁਣੋ ਲਾਅ ਤੇ ਝੂਠ ਬੋਲੋ। ਦੇਖੋ ਤੁਸੀਂ ਗਵਰਨਰ ਸਾਹਿਬ ਨੂੰ ਕਰ ਲੈਣ ਦਿਓ ਸਰ, ਜੋ ਸਰਕਾਰ ਦੀ ਮਰਜ਼ੀ ਤੁਸੀਂ ਹੈ ਕਹਿ ਰਹੇ ਹੋ ਕਿ ਕੰਪਲੇਂਟ ਵਾਲੇ ਪਾਸੇ ਨਹੀਂ, 167 ਵਾਲੇ ਪਾਸੇ ਜਿਸ ਮੋੜ ਕੰਪਲੀਟ ਕਰ ਲਓ ਜੀ। ਹਾਂ, ਜਿਸ ਮੋੜ ਦੇ ਰਾਹੀਂ ਗਵਰਨਰ ਸਾਹਿਬ ਇਨਫੋਰਮੇਸ਼ਨ ਚਾਹ ਰਹੇ ਆ, ਉਸੇ ਮੋੜ ਦੇ ਰਾਹੀਂ ਪੂਰੀ ਲੈਜਿਸਲੇਚਰ ਨੂੰ, ਪੂਰੇ ਪੰਜਾਬ ਨੂੰ ਦੱਸਿਆ ਜਾਏਗਾ, ਪੂਰੀ ਇਨਫੋਰਮੇਸ਼ਨ ਦਿੱਤੀ ਜਾਏਗੀ। ਤੀਸਰੀ ਚੀਜ਼, ਇੱਕ ਕਲੇਰ ਸਾਹਿਬ ਨੇ ਕੁਐਸਚਨ ਕੀਤਾ ਸੀ ਨਵਲ ਅਗਰਵਾਲ ਦਾ ਜੀ, ਕਿਹੜੀ ਡਿਟੇਲ ਹੈ ਜੀ ਕਿ ਉਹ ਕਿਹੜੀ ਮੀਟਿੰਗ ਸੀ, ਉਸ ਚ ਕਿਹੜੀ ਕਨਸਟੀਟਿਊਸ਼ਨਲ ਗੱਲਾਂ ਹੋ ਰਹੀਆਂ ਸੀ, ਉਸ ਚ ਕਿਹੜੀ ਸੀਕ੍ਰੀਟ ਫਾਈਲ ਸੀ ਜਿਹਦੀ ਨਵਲ ਅਗਰਵਾਲ ਨੂੰ ਚੈੱਕ ਕਰਾ ਦਿੱਤੀ ਗਈ। ਕਿਤੇ ਕੋਈ ਡਿਟੇਲ ਹੈ ਦੱਸੋ ਮੈਨੂੰ, ਸਿਰਫ ਇੱਕ ਫੋਟੋ। ਹੁਣੀ ਜਵਾਬ ਚਲੋ ਮੈਂ ਕੰਕਲੂਡ ਕਰਨਾ, ਹੁਣੀ ਜਵਾਬ ਦੇਣਾ ਜੀ। ਨਹੀਂ ਠੀਕ ਹੈ ਤੁਹਾਡਾ, ਹੁਣੀ ਜਵਾਬ ਦੇਣਾ ਜੀ। ਮੈਂ ਹੁਣੀ ਜਵਾਬ ਦੇਣਾ। ਪੰਜਾਬ ਸਰਕਾਰ ਮੈਨੂੰ ਇਹ ਦੱਸੋ ਜੀ, ਨਵਲ ਅਗਰਵਾਲ ਜਿਹੜੀ, ਮੈਨੂੰ ਇੱਕ ਗੱਲ ਦੱਸੋ ਜੀ, ਜਿਹੜੀਆਂ ਕੈਬਨਿਟ ਦੀਆਂ ਮੀਟਿੰਗਾਂ ਨੇ, ਤੁਸੀਂ ਡਿਨਾਈ ਕਰ ਰਹੇ ਹੋ ਕਿ ਨਵਲ ਅਗਰਵਾਲ ਉੱਥੇ ਨਹੀਂ ਸੀ। ਕੋਈ ਦਿਖਾ ਦਿਓ, ਡਿਨਾਈ ਕਰ ਦਿਓ ਨਹੀਂ ਸੀ ਨਵਲ ਅਗਰਵਾਲ। ਕੈਬਨਿਟ ਦੀ ਮੀਟਿੰਗਾਂ ਦਾ ਮਤਲਬ ਕੀ ਹੁੰਦਾ? ਫਿਰ 100 ਕਾਦੀ ਖਾਨੇ ਸੰਵਿਧਾਨ ਦੀ, ਠੀਕ ਹੈ ਜਾ ਰਿਹਾ ਇਹ ਤਾਂ ਜੀ ਕਮਾਲ ਹੈ। ਮੈਨੂੰ ਕਾਦੀ ਖਾਨੇ ਪਾਸੀ ਦਾ ਮੈਨੂੰ ਕਨਕਲੂਡ ਕਰਨਾ ਹੋਏਗਾ। ਫਰੀਦ ਸਾਹਿਬ ਆਪਣੀ ਗੱਲ ਰੱਖ ਲਓ, ਪਾਸੀ ਤੁਹਾਡਾ ਪੁਆਇੰਟ ਆ ਗਿਆ, ਮੈਨੂੰ ਕਨਕਲੂਡ ਕਰ ਲੈਣ ਦਿਓ, ਆਪਾਂ ਬਿਲਕੁਲ ਟਾਈਮ ਤੋਂ ਵੀ ਅੱਗੇ ਚੱਲ ਰਹੇ ਹਾਂ। ਸਰੀਨ ਜੀ ਟੋਟਲੀ ਮਿਸਲੀਡ ਕਰ ਰਹੇ ਨੇ, 100% ਝੂਠ ਬੋਲ ਰਹੇ ਨੇ। ਨਵਲ ਅਗਰਵਾਲ ਕੈਬਨਿਟ ਦੀਆਂ ਮੀਟਿੰਗਾਂ 'ਚ ਬੈਠਾ ਹੈ, ਤੁਹਾਡੀ ਆਦਤ ਹੈ, ਉਹ ਤੁਹਾਡੀ ਆਦਤ ਹੈ। ਉਹਦੀਆਂ ਫੋਟੋਆਂ ਜਗ ਜਾਹਰ ਨੇ, ਅਖਬਾਰਾਂ ਨੇ ਛਾਪਤੀਆਂ, ਇਹ ਤਾਂ ਮੈਂ ਨਾ ਮੰਨੂ ਹੈ। ਪਾਸੀ ਸਾਹਿਬ ਮੈਂ ਨਾ ਮੰਨੂ ਹੈ, ਅੱਖਾਂ ਬੰਦ ਕਰ ਲਓ ਬਿੱਲੀ ਨੂੰ ਦੇਖ ਕੇ। ਚਲੋ ਮੈਂ ਮਾਫੀ ਚਾਹੂੰਗਾ, ਵਿਚਾਲੇ ਰੋਕ ਰਹੇ ਸਰੀਨ ਸਾਹਿਬ, ਪਾਸੀ, ਕਲੇਰ ਜੀ, ਸੰਧੂ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਹੋਰ ਦੇ ਰਿਹਾ ਕਿ ਆਪਾਂ ਹੋਰ ਗੱਲਬਾਤ ਇਸ ਮੂਰੇ ਮੁੱਦੇ ਉੱਤੇ ਕਰ ਸਕੀਏ, ਕਿ ਡਿਬੇਟਸ ਵੀ ਕਈ ਵਾਰ ਐਂਡਲੈਸ ਹੁੰਦੀਆਂ ਨੇ, ਕਿ ਬਿਲਕੁਲ ਕਨਕਲੂਜਨ ਵਾਲੇ ਪਾਸੇ ਵਾਕਈ ਅਸੀਂ ਪਹੁੰਚੀਏ। ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ, ਪਰ ਦੇਖੋ ਇੱਥੇ ਬਹੁਤ ਵੱਡਾ ਔਰ ਅਹਿਮ ਪੁਆਇੰਟ ਇਹੀ ਹੈ ਜੋ ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਸੀ ਕਿ ਪੰਜਾਬ ਦਾ ਕੀ ਨੁਕਸਾਨ ਹੋ ਰਿਹਾ ਹੈ। ਜੇ ਦੋ ਸੰਵਿਧਾਨਿਕ ਅਹੁਦਿਆਂ ਉੱਤੇ, ਪੰਜਾਬ ਦੇ ਦੋ ਵੱਡੇ ਸੰਵਿਧਾਨਿਕ ਅਹੁਦਿਆਂ ਉੱਤੇ ਬੈਠੇ ਨੁਮਾਇੰਦੇ ਆਪਸ ਦੇ ਵਿੱਚ ਤਲਖ ਬਿਆਨਬਾਜ਼ੀ ਕਰਨਗੇ, ਉਸ ਦਾ ਅਸਰ ਪੰਜਾਬ ਦੇ ਪੂਰੇ, ਤੁਸੀਂ ਕਹਿ ਸਕਦੇ ਹੋ ਕਿ ਸਿਸਟਮ ਤੇ ਜਾਂ ਫਿਰ ਘੁੰਮ ਫਿਰ ਕੇ ਪੰਜਾਬੀਆਂ ਦੇ ਉੱਤੇ ਪਏਗਾ। ਸਵਾਲ ਉਹੀ ਬਰਕਰਾਰ ਹੈ ਕਿ ਨਿਬੜੇਗਾ ਕਿਵੇਂ। ਸਵਾਲ ਰਾਜਪਾਲ ਜੀ ਨੇ ਪੁੱਛੇ, ਸਵਾਲ ਮੁੱਖ ਮੰਤਰੀ ਸਾਹਿਬ ਨੇ ਪੁੱਛੇ, ਸਵਾਲ ਅਸੀਂ ਵੀ ਪੁੱਛ ਰਹੇ ਹਾਂ ਕਿ ਨਿਬੜੇਗਾ ਕਿਵੇਂ। ਹੁਣ ਇਸ ਦਾ ਜਵਾਬ ਕੌਣ ਦੇਗਾ, ਇਹ ਵੀ ਸ਼ਾਇਦ ਇੱਕ ਵੱਡਾ ਸਵਾਲ ਹੈ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ।